ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਅਸੀਂ ਤੁਹਾਡੇ ਨਾਲ ਤੁਹਾਡਾ ਮੁੱਦਾ, ਤੁਹਾਡਾ ਮਸਲਾ, ਤੁਹਾਡਾ ਇਸ਼ੂ ਜਿਹੜਾ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ ਉਸ ਦੇ ਬਾਰੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰੀਦੇ ਹਨ ਔਰ ਉਸ ਦੇ ਮੁਤਾਬਕ ਅੱਜ ਵੀ ਅਸੀਂ ਦੋ ਛੋਟੇ ਨੁਕਤਿਆਂ ਦੇ ਉੱਤੇ ਪਰ ਜਿਹੜੇ ਬਹੁਤ ਹੀ ਅਹਿਮ ਹਨ ਉਹਨਾਂ ਦੇ ਉੱਤੇ ਤੁਹਾਡੇ ਨਾਲ ਗੱਲ ਕਰਾਂਗੇ ਔਰ ਦੋਨਾਂ ਦੇ ਬਾਰੇ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ ਕਿਉਂਕਿ ਤੁਹਾਡੇ ਵਿਚਾਰ ਬਹੁਤ ਅਹਿਮ ਹਨ ਔਰ ਉਹ ਇੱਕ ਐਸਾ ਮੁੱਦਾ ਹੈ, ਇੱਕ ਐਸਾ ਮਸਲਾ ਹੈ ਜਿਹੜਾ ਅਸੀਂ ਵੇਖਦੇ ਹਾਂ, ਅਸੀਂ ਸਮਝਦੇ ਹਾਂ, ਅਸੀਂ ਸਾਡੇ ਸਾਹਮਣੇ ਹੈ ਪਰ ਕਦੇ ਅਸੀਂ ਇਸ ਦੇ ਉੱਤੇ ਬਹੁਤਾ ਧਿਆਨ ਨਹੀਂ ਦਿੱਤਾ। ਉਹ ਦੋ ਮਸਲੇ, ਦੋ ਛੋਟੇ ਨੁਕਤੇ ਜਿਹੜੇ ਅਸੀਂ ਤੁਹਾਡੇ ਨਾਲ ਕਰਨੇ ਹਨ, ਵਿਚਾਰਨੇ ਹਨ, ਵੇਖਣ ਨੂੰ ਬਹੁਤ ਸਧਾਰਨ ਜਿਹੇ ਹਨ ਪਰ ਕਿਉਂ ਲੋੜ ਪੈ ਰਹੀ ਹੈ ਕਿਉਂਕਿ ਉਹਨਾਂ ਦਾ ਅਸਰ ਬਹੁਤ ਡੂੰਘਾ ਹੈ, ਬਹੁਤ ਗੰਭੀਰ ਹੈ। ਇੱਕ ਸਾਡੇ ਸਰੀਰਕ ਤੌਰ ਦੇ ਉੱਤੇ ਸਾਡੇ ਨਾਲ ਸੰਬੰਧਿਤ ਹੈ, ਦੂਸਰੇ ਸਾਡੀ ਆਤਮਾ ਦੇ ਨਾਲ ਵੀ ਜਿਸ ਦਾ ਤਅਲਕ ਹੈ। ਪਹਿਲਾ ਮੁੱਦਾ ਹੈ ਆਰਗਨ ਡੋਨੇਸ਼ਨਸ ਦਾ। ਸਰੀਰ ਨੇ ਖਾਕ ਵਿੱਚ ਮਿਲ ਜਾਣਾ ਹੈ। ਸਰੀਰ ਖਾਕ ਤੋਂ ਬਣਿਆ ਹੈ ਔਰ ਖਾਕ ਦੇ ਵਿੱਚ ਰਲ ਜਾਣਾ ਹੈ। ਹਰ ਕਿਸੇ ਨੂੰ ਇਸ ਗੱਲ ਦਾ ਇਲਮ ਹੈ, ਗਿਆਨ ਹੈ, ਪਤਾ ਹੈ ਪਰ ਹਜ਼ਾਰਾਂ ਹੀ ਨਹੀਂ ਲੱਖਾਂ ਹੀ ਵਿਅਕਤੀ ਐਸੇ ਹਨ ਜਿਹੜੇ ਕਿਸੇ ਨਾ ਕਿਸੇ ਸਰੀਰਕ ਅੰਗ ਦੇ ਬਿਨਾਂ ਸਮੇਂ ਦੇ ਖਰਾਬ ਹੋ ਜਾਣ ਦੇ ਕਾਰਨ ਉਹ ਹੈਂਡੀਕੈਪ ਹੋ ਜਾਂਦੇ ਹਨ, ਅਪਾਹਜ ਹੋ ਜਾਂਦੇ ਹਨ। ਜੇ ਉਹਨਾਂ ਨੂੰ ਕੋਈ ਅੰਗ ਮਿਲ ਸਕੇ ਤਾਂ ਉਹ ਉਹਨਾਂ ਦੀ ਜ਼ਿੰਦਗੀ ਫਿਰ ਨੌ ਬਰਨੌ ਹੋ ਸਕਦੀ ਹੈ। ਜਿਉਂਦੇ ਜੀ ਦਾਨ ਦੇਣਾ, ਕਿਸੇ ਦੀ ਮਦਦ ਕਰਨੀ, ਇਹ ਵੱਖਰੀ ਗੱਲ ਹੈ ਪਰ ਸਰੀਰ ਦੇ ਚਲੇ ਜਾਣ ਦੇ ਬਾਅਦ ਜੇਕਰ ਉਹ ਅੰਗ ਕਿਸੇ ਦੇ ਕੰਮ ਆ ਸਕਣ, ਕਿਸੇ ਨੂੰ ਰੋਸ਼ਨੀ ਮਿਲ ਸਕੇ, ਕਿਸੇ ਨੂੰ ਜ਼ਿੰਦਗੀ ਮਿਲ ਸਕੇ, ਕਿਸੇ ਦਾ ਜੀਵਨ ਮਿਲ ਸਕੇ ਤਾਂ ਇਹ ਮਾਨਵਤਾ ਦੀ ਬੜੀ ਵੱਡੀ ਸੇਵਾ ਹੁੰਦੀ ਹੈ। ਇਸ ਦੇ ਉੱਤੇ ਅਸੀਂ ਤੁਹਾਡੇ ਵਿਚਾਰ ਵੀ ਲਵਾਂਗੇ। ਤੁਸੀਂ ਕੀ ਸਮਝਦੇ ਹੋ? ਕਿਉਂ ਲੋਕਾਂ ਵਿੱਚ ਉਪਰਾਮਤਾ ਹੈ? ਇਸ ਬਾਰੇ ਕਦੇ ਕਿਸੇ ਨੇ ਧਿਆਨ ਵੀ ਨਹੀਂ ਦਿੱਤਾ ਔਰ ਜੇ ਦਿੱਤਾ ਵੀ ਹੈ ਤਾਂ ਉਹ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਹੈ। ਹੁਣ ਉਪਰਾਲਾ ਹੋ ਰਿਹਾ ਹੈ ਇਸ ਦੇ ਉੱਤੇ ਕੋਸ਼ਿਸ਼ ਕਰਕੇ ਲੋਕਾਂ ਦਾ ਧਿਆਨ ਦਿਵਾਉਣ ਦੀ ਔਰ ਖਾਸ ਕਰਕੇ ਸਿੱਖ ਕਮਿਊਨਿਟੀ ਨੂੰ ਲੰਡਨ ਦੇ ਵਿੱਚ ਉਹਨਾਂ ਨੂੰ ਉਚੇਚੇ ਤੌਰ ਦੇ ਉੱਤੇ ਪ੍ਰੇਰਨ ਦਾ ਇੱਕ ਵਿਸ਼ੇਸ਼ ਉਪਰਾਲਾ ਔਰ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਬਾਰੇ ਅਸੀਂ ਆਪਣੇ ਵਿਸ਼ੇਸ਼ ਮਹਿਮਾਨ ਨਾਲ ਵੀ ਗੱਲ ਕਰਾਂਗੇ ਕਿਉਂਕਿ ਜੋ ਖੁਦ ਵੀ ਮਾਹਿਰ ਹਨ ਔਰ ਜਿਨ੍ਹਾਂ ਨੇ ਹੁਣ ਤੋਂ ਨਹੀਂ ਵਰ੍ਹਿਆਂ ਤੋਂ ਕੋਸ਼ਿਸ਼ ਕਰ ਰਹੇ ਹਨ ਲੋਕਾਂ ਨੂੰ ਜਾਗਰੂਕ ਕਰਨ, ਇਸ ਪਾਸੇ ਵੱਲ ਉਹਨਾਂ ਨੂੰ ਤੋਰਨ। ਸੋ ਪਹਿਲਾ ਇਹ ਮੁੱਦਾ ਹੈ ਸਾਨੂੰ ਅੰਗਦਾਨ, ਸਰੀਰ ਦੇ ਚਲੇ ਜਾਣ ਦੇ ਬਾਅਦ ਅੰਗਦਾਨ ਦੇਣ ਵਿੱਚ ਕੀ ਦਿੱਕਤ ਹੈ, ਅਸੀਂ ਕਿਉਂ ਨਹੀਂ ਦਿੰਦੇ ਔਰ ਜੇ ਦੇਣਾ ਹੈ ਤਾਂ ਇਸ ਦੇ ਲਈ ਕੀ ਉਪਰਾਲੇ ਹੋਣੇ ਚਾਹੀਦੇ ਹਨ, ਕਿਵੇਂ ਲੋਕਾਂ ਨੂੰ ਵੱਧ ਤੋਂ ਵੱਧ ਇਸ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ। ਪਹਿਲਾ ਮੁੱਦਾ ਇਹ ਹੈ ਜਿਸ ਦੇ ਤੇ ਅਸੀਂ ਤੁਹਾਡੇ ਵਿਚਾਰਾਂ ਦੇ ਉਡੀਕ ਵਿੱਚ ਰਹਾਂਗੇ। ਦੂਸਰਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਨਾਂ ਦਾ ਗੁਰਤਾ ਗੱਦੀ ਦਿਵਸ ਆ ਰਿਹਾ ਹੈ ਜਿਹੜਾ ਸਾਰੇ ਜਗਤ ਵਿੱਚ ਮਨਾਇਆ ਜਾਏਗਾ। ਹਰ ਥਾਂ ਘਰ ਘਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ। ਗੁਰੂ ਗ੍ਰੰਥ ਸਾਹਿਬ ਉਹ ਅਗੰਮੀ ਰੋਸ਼ਨੀ, ਉਹ ਅਗੰਮੀ ਗਿਆਨ, ਅਧਿਆਤਮਕ ਗਿਆਨ
ਉਸ ਦਾ ਅਥਾਹ ਸਮੁੰਦਰ ਹੈ, ਜਿਹੜਾ ਹਰ ਜਗ੍ਹਾ ਹਰ ਥਾਂ ਵੰਡਿਆ ਜਾ ਰਿਹਾ ਹੈ। ਪਰ ਉਸ ਦੇ ਬਾਵਜੂਦ ਫਿਰ ਕੀ ਕਾਰਨ ਹੈ? ਬੜੀ ਹੈਰਾਨੀ ਦੀ ਗੱਲ ਹੈ, ਸੱਚੇ ਪਾਤਸ਼ਾਹ ਦੇ ਹੁੰਦਿਆਂ ਫਿਰ ਕੀ ਦਿੱਕਤ ਹੈ? ਫਿਰ ਕਿਉਂ ਲੋਕ ਨਕਲੀ ਗੁਰੂਆਂ, ਭੇਖੀ ਗੁਰੂਆਂ, ਉਹਨਾਂ ਦੇ ਮਗਰ ਜਾਂਦੇ ਹਨ? ਇਹ ਦੂਸਰਾ ਮੁੱਦਾ ਹੈ ਜਿਸ ਦੇ ਉੱਤੇ ਅਸੀਂ ਤੁਹਾਡੇ ਨਾਲ ਤੁਹਾਡੇ ਵਿਚਾਰ ਲੈਣੇ ਚਾਹਾਂਗੇ, ਕਿਉਂਕਿ ਇਹ ਬਹੁਤ ਹੀ ਬੁਨਿਆਦੀ ਔਰ ਮੁੱਢਲਾ ਸਵਾਲ ਹੈ। ਇੱਕ ਪਾਸੇ ਸਰਕਾਰਾਂ ਕਾਨੂੰਨ ਬਣਾਉਂਦੀਆਂ ਹਨ ਕਿ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ, ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਛਪਾਈ, ਉਸ ਦੇ ਪ੍ਰਚਾਰ ਪ੍ਰਸਾਰ ਦੇ ਢੰਗ ਤੌਰ ਤਰੀਕੇ ਦੇ ਉੱਤੇ ਸਰਕਾਰ ਕਾਨੂੰਨ ਦੇ ਨਾਲ ਕੰਟਰੋਲ ਕਰਨਾ ਚਾਹੁੰਦੀ ਹੈ। ਪਰ ਦੂਸਰੇ ਪਾਸੇ ਹਰ ਪੱਖ ਤੋਂ ਉਹਨਾਂ ਵਿਅਕਤੀਆਂ ਨੂੰ ਵੀ ਸ਼ਹਿ ਮਿਲਦੀ ਹੈ, ਦਿੱਤੀ ਜਾਂਦੀ ਹੈ, ਜਿਹੜੇ ਆਪਣੇ ਆਪ ਨੂੰ ਬਰਾਬਰ ਦੀ ਗੱਦੀ ਲਗਾ ਕੇ ਔਰ ਫਿਰ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲਤਨ ਆਪਣੇ ਆਪ ਨੂੰ ਗੁਰੂ ਅਖਵਾਉਣਾ ਚਾਹੁੰਦੇ ਹਨ ਔਰ ਨਾਲ ਹੀ ਆਪਣੇ ਆਪ ਨੂੰ ਸਿੱਖ ਵੀ ਅਖਵਾਉਣਾ ਚਾਹੁੰਦੇ ਹਨ। ਸੋ ਇਹ ਇੱਕ ਬਹੁਤ ਹੀ ਗੰਭੀਰ ਵਿਸ਼ਾ ਹੈ, ਕਿਉਂਕਿ ਇਸ ਦੀ ਇਹ ਪਿਰਤ ਜਾਂ ਇਹ ਬਿਮਾਰੀ ਪਹਿਲੇ ਨਾਲੋਂ ਵੱਧਦੀ ਜਾ ਰਹੀ ਹੈ। ਇਸ ਦੇ ਬਾਰੇ ਵੀ ਤੁਹਾਡੇ ਵਿਚਾਰ ਬੜੇ ਜ਼ਰੂਰੀ ਹਨ। ਸਾਡੇ ਗੁਰਪੁਰਬ ਮਨਾਏ, ਗੁਰਤਾ ਗੱਦੀ ਮਨਾਈ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਮਨਾਏ, ਪਹਿਲੇ ਪ੍ਰਕਾਸ਼ ਦਿਵਸ ਦੇ ਬਾਰੇ ਦਿਨ ਮਨਾਏ ਸਫਲ ਹਨ। ਪਰ ਜੇਕਰ ਗੁਰੂ ਡੰਮ ਦੀ ਇਹ ਵੇਲ ਨਾਲ ਨਾਲ ਤੁਰਦੀ ਗਈ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਬੜੀ ਵੱਡੀ ਦੁਬਿਧਾ ਦਾ ਕਾਰਨ ਬਣੇਗੀ। ਸੋ ਇਸ ਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਵਿਚਾਰ ਕਰਾਂਗੇ। ਸੋ ਇਹ ਦੋ ਮੁੱਖ ਮੁੱਦੇ ਹਨ ਜਿਨ੍ਹਾਂ ਦੇ ਬਾਰੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਕੁਝ ਛੋਟੀਆਂ ਸੁਰਖੀਆਂ ਹਨ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਬਹੁਤ ਹੀ ਹੈਰਾਨਕੁਨ ਵੀ ਹੈ, ਮਹਿੰਗਾਈ ਬਹੁਤ ਵੱਡੀ ਚੀਜ਼ ਹੁੰਦੀ ਹੈ ਔਰ ਖ਼ਾਸ ਕਰਕੇ ਜਿੱਥੇ ਸੀਮਤ ਸਾਧਨ ਹੋਣ ਉੱਥੇ ਇਸ ਦਾ ਬੜਾ ਮਾਰੂ ਅਸਰ ਵੀ ਪੈਂਦਾ ਹੈ। ਪਰ ਹਿੰਦੁਸਤਾਨ ਵਿੱਚ, ਦੇਸ਼ ਵਿੱਚ ਖਬਰਾਂ ਹਨ ਕਿ ਪਿਆਜ਼ ਦੀ ਕੀਮਤ 100 ਰੁਪਇਆ ਕਿਲੋ ਹੋ ਗਈ ਹੈ। ਇਹ ਕਿਸੇ ਦੇ ਵੀ ਹੰਝੂ ਵਗਾਉਣ ਦੇ ਸਮਰੱਥ ਹੈ। ਇਤਨੀ ਜ਼ਿਆਦਾ ਕੀਮਤ, ਔਰ ਜਿਹੜਾ ਇਸ ਦੇ ਵਿੱਚ ਮੁੱਖ ਤਕਲੀਫ ਵਾਲੀ ਗੱਲ ਇਹ ਹੈ ਕਿ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹ ਕੁਦਰਤੀ ਨਹੀਂ ਬਲਕਿ ਆਰਟੀਫੀਸ਼ੀਅਲ ਹੈ, ਬਨਾਵਟੀ ਹੈ। ਹੁਣ ਸਰਕਾਰ ਨੇ ਪਾਬੰਦੀ ਲਗਾ ਰਹੀ ਹੈ ਕਿ ਪਿਆਜ਼ ਦੇ ਐਕਸਪੋਰਟ ਦੇ ਉੱਤੇ ਪਾਬੰਦੀ ਲਗਾਈ ਜਾਏਗੀ। ਇਸ ਦਾ ਮਤਲਬ ਹੈ ਕਿ ਪਹਿਲੇ ਪਤਾ ਸੀ ਕਿ ਸਾਡੀ ਖਪਤ ਕਿੰਨੀ ਹੈ, ਸਾਡੀ ਲੋੜ ਕਿੰਨੀ ਹੈ, ਸਾਡੀ ਪੈਦਾਵਾਰ ਕਿੰਨੀ ਹੈ, ਪਰ ਉਸ ਦੇ ਬਾਵਜੂਦ ਇਸ ਦਾ ਮਤਲਬ ਉਸ ਸਿਸਟਮ ਦੇ ਤਹਿਤ ਕਦੇ ਐਕਸਪੋਰਟ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਉਸ ਨੂੰ ਦੂਸਰੇ ਪਾਸੇ ਉਹਦੀਆਂ ਕੀਮਤਾਂ ਗਿਰਾਉਣ ਲਈ ਕਦੇ ਇੰਪੋਰਟ ਦਾ ਸਹਾਰਾ ਲੈ ਲਿਆ ਜਾਂਦਾ ਹੈ। ਇਹ ਜਿਹੜੀ ਸਬਸਿਡੀ ਦੀ ਖੇਡ ਹੈ, ਇਹ ਆਮ ਲੋਕਾਂ ਲਈ ਬੜੀ ਮਾਰੂ ਅਸਰ ਪਾਉਂਦੀ ਹੈ। ਇਹ ਬਹੁਤ ਛੋਟੀ ਜੀ ਸੁਰਖੀ ਪਰ ਕਾਫੀ ਅਹਿਮ ਹੈ। ਦੂਸਰੇ ਪਾਸੇ ਚੋਣਾਂ ਦਾ ਬਿਗਲ ਵੱਜਿਆ ਹੈ। ਦਿੱਲੀ ਦੇ ਵਿੱਚ ਵੀ ਅਸੈਂਬਲੀ ਚੋਣਾਂ ਹੋਣੀਆਂ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਉਹਨਾਂ ਨੂੰ ਲੱਗਦਾ ਹੈ, ਜਾਪਦਾ ਹੈ ਕਿ ਸਾਡੀ ਗਿਣਤੀ, ਸਾਡਾ ਪ੍ਰਭਾਵ, ਅਸੀਂ ਆਪਣੇ ਆਪ ਵੀ ਦਿੱਲੀ ਦੇ ਵਿੱਚ ਆਪਣੇ ਬਲਬੂਤੇ ਦੇ ਉੱਤੇ ਚੋਣਾਂ ਲੜ ਸਕਦੇ ਹਾਂ। ਪਰ ਇਸ ਦੇ ਵਿੱਚ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੀ ਯੂਨਿਟ ਨੇ ਐਲਾਨ ਕਰ ਦਿੱਤਾ ਕਿ ਅਸੀਂ 16 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਖੜੇ ਕਰਾਂਗੇ। ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰੀ ਲੀਡਰਸ਼ਿਪ ਨੇ ਚੰਡੀਗੜ੍ਹ ਵਿੱਚ ਕਿਹਾ ਹੈ ਕਿ ਨਹੀਂ, ਅਸੀਂ 4 ਸੀਟਾਂ ਦੇ ਉੱਤੇ ਖੜੇ ਕਰਾਂਗੇ। ਇਹ ਆਉਣ ਵਾਲੇ ਸਮੇਂ ਵਿੱਚ ਦਿਲਚਸਪੀ ਦਾ ਇੱਕ ਬਾਇਸ ਬਣੇਗਾ। ਜਾਪਦਾ ਹੈ ਕੁਝ ਲੋਕ ਜਿਹੜੇ ਨਵੇਂ ਇਸ ਫੀਲਡ ਵਿੱਚ ਆਏ ਹਨ, ਜਿੱਤਣ ਜਾਂ ਨਾ ਜਿੱਤਣ,
पर घट्टो घੱਟ ਉਹਨਾਂ ਦੇ ਨਾਮ ਥੱਲੇ ਇਹ ਤਾਂ ਜ਼ਰੂਰ ਹੀ ਲੱਗ ਜਾਏਗਾ ਕਿ ਅਸੀਂ ਚੋਣਾਂ ਲੜੀਆਂ ਸੀ। ਨਤੀਜਾ ਭਾਵੇਂ ਜੋ ਮਰਜ਼ੀ ਹੋਏ, ਇਹ ਦਿੱਲੀ ਦੀ ਸਿਆਸਤ ਔਰ ਸਿੱਖ ਸਿਆਸਤ ਦੇ ਬਾਰੇ ਇਹ ਅਹਿਮ ਰੋਲ ਅਦਾ ਕਰੇਗੀ, ਕਿਉਂਕਿ ਕੁਦਰਤੀ ਤੌਰ ਦੇ ਉੱਤੇ ਇਸ ਵੇਲੇ ਦੋ ਪਾਰਟੀਆਂ ਹਨ। ਇੱਕ ਧੜਾ ਕੁਦਰਤੀ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਨਾਲ ਅਕਾਲੀ ਹੋਣਗੇ ਔਰ ਦੂਸਰੇ ਪਾਸੇ ਕਾਂਗਰਸ ਦੀ ਸਪੋਰਟ ਵਾਲੇ ਅਕਾਲੀ ਹੋਣਗੇ। ਸੋ ਇਹ ਪੁੱਛਿਆ ਜਾ ਸਕਦਾ ਤੁਸੀਂ ਕਾਂਗਰਸੀ ਅਕਾਲੀ ਹੋ ਕਿ ਭਾਜਪਾ ਵਾਲੇ ਅਕਾਲੀ ਹੋ। ਇਹ ਆਉਣ ਵਾਲਾ ਸਮਾਂ ਇੱਕ ਨਵੀਂ ਕਿਸਮ ਦੀ ਸੀਮਾਬੰਦੀ ਨੂੰ ਜਨਮ ਦੇਵੇਗਾ। ਅਗਲੀ ਸੁਰਖੀ ਜਿਹੜੀ ਹੈ, ਇੰਗਲੈਂਡ ਦੇ ਵਿੱਚ ਹੈਰੀਟੇਜ ਲੋਟਰੀ ਫੰਡ, ਜਿਹੜਾ ਕਾਫੀ ਅਹਿਮ ਸਮਾਜਿਕ ਕੰਮਾਂ ਦੇ ਵਿੱਚ, ਸਮਾਜਿਕ ਖੇਤਰਾਂ ਦੇ ਵਿੱਚ ਕਾਫੀ ਰੋਲ ਅਦਾ ਕਰਦਾ। ਉਹਨਾਂ ਨੇ ਆਲਮੀ ਜੰਗ, ਪਹਿਲੀ ਆਲਮੀ ਜੰਗ, ਵਰਲਡ ਵਾਰ ਫਸਟ, ਜਿਹੜੀ ਵਿਸ਼ਵ ਜੰਗ ਹੋਈ ਸੀ, ਵਿਸ਼ਵ ਯੁੱਧ ਪਹਿਲੇ, ਉਸ ਦੇ ਵਿੱਚ ਬਹੁਤ ਵੱਡਾ ਰੋਲ ਸਿੱਖਾਂ ਨੇ ਅਦਾ ਕੀਤਾ ਸੀ। ਸਿੱਖ ਆਰਮੀ ਉਸ ਦੇ ਵਿੱਚ ਸਾਰੀਆਂ ਥਾਵਾਂ ਦੇ ਉੱਤੇ, ਯੂਰਪ ਦੇ ਵਿੱਚ, ਤੁਰਕੀ ਵਗੈਰਾ ਦੇ ਵਿੱਚ ਸਾਰੀਆਂ ਥਾਵਾਂ ਦੇ ਉੱਤੇ ਸੀ ਔਰ ਬਹੁਤ ਹੀ ਸ਼ਾਨਦਾਰ ਰੋਲ ਜਿਹੜਾ ਉਹਨਾਂ ਦਾ ਹੈ। ਔਰ ਜਿਹੜੇ ਮਿਲਟਰੀ ਦੇ ਇਤਿਹਾਸਕਾਰ ਹਨ ਉਹ ਹਾਲੇ ਵੀ ਉਹਨਾਂ ਨੇ ਉਹਨਾਂ ਚੀਜ਼ਾਂ ਨੂੰ, ਉਹਨਾਂ ਯਾਦਗਾਰਾਂ ਨੂੰ ਸਾਂਭ ਕੇ ਰੱਖਿਆ ਕਿ ਕਿਸ ਬਹਾਦਰੀ ਦੇ ਨਾਲ ਆਪਣੇ ਜਿੱਥੇ ਉਹਨਾਂ ਦੀ ਡਿਊਟੀ ਸੀ ਉਸ ਤੋਂ ਵੀ ਅੱਗੇ ਹੋ ਕੇ, ਬਲਕਿ ਦੂਸਰੀਆਂ ਜਿਨ੍ਹਾਂ ਦੀ ਮਦਦ ਲਈ ਗਏ ਸਨ ਉਹਨਾਂ ਤੋਂ ਵੀ ਅੱਗੇ ਹੋ ਕੇ ਕਿਵੇਂ ਉਹਨਾਂ ਨੇ ਆਪਣੇ ਜੌਹਰ ਵਿਖਾਏ। ਹੁਣ ਉਸ ਵਰਲਡ ਵਾਰ ਫਸਟ ਦੀ ਉਹਨੂੰ ਅੰਕਿਤ ਕਰਨ ਲਈ ਉਹਦੇ ਬਾਰੇ ਪ੍ਰੋਜੈਕਟ ਤਿਆਰ ਕੀਤਾ ਗਿਆ ਔਰ ਜਿਸ ਦੀ ਫੰਡਿੰਗ ਹੈਰੀਟੇਜ ਲੋਟਰੀ ਫੰਡ ਵੱਲੋਂ ਕੀਤੀ ਜਾ ਰਹੀ ਹੈ। ਇਸ ਜੰਗ ਦੇ ਵਿੱਚ ਮਹਾਰਾਜਾ ਪਟਿਆਲਾ ਭੁਪਿੰਦਰਾ ਸਿੰਘ ਵੀ ਬਹੁਤ ਹੀ ਅੱਗੇ ਹੋ ਕੇ ਲੜੇ ਸਨ ਔਰ ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਜਿਸ ਜਗ੍ਹਾ 'ਤੇ ਜਰਮਨੀ ਦੇ ਵਿੱਚ, ਜਿਸ ਥਾਂ ਦੇ ਉੱਤੇ ਕਿਧਰੇ ਬੰਬਾਰਡਮੈਂਟ ਹੋਈ ਸੀ, ਅਜੇ ਉਹ ਚਰਚ ਸੁਲਗ ਰਿਹਾ ਸੀ, ਅੱਗ ਲੱਗੀ ਹੋਈ ਸੀ, ਪਰ ਉਸ ਦੇ ਬਾਵਜੂਦ ਇਹ ਫੌਜੀ ਮਹਾਰਾਜਾ ਪਟਿਆਲਾ ਉੱਥੇ ਪਹੁੰਚੇ ਹੋਏ ਸਨ। ਕਿਸ ਤਰੀਕੇ ਦੇ ਨਾਲ ਬੰਬੇ ਤੋਂ, ਬੰਦਰਗਾਹ ਤੋਂ ਇਹਨਾਂ ਫੌਜੀਆਂ ਨੂੰ ਯੂਰਪ ਭੇਜਿਆ ਗਿਆ ਔਰ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਵਿੱਚੋਂ ਜ਼ਖਮੀ ਹਾਲਤ ਵਿੱਚ ਵਾਪਸ ਵੀ ਆਏ ਸੀ। ਸੋ ਉਸ ਦੇ ਵਿੱਚ ਐਲਾਈਡ ਫੋਰਸਿਸ ਦੇ ਨਾਲ ਇਹਨਾਂ ਦੀ ਜਿਹੜੀ ਦੇਣ ਹੈ, ਕੰਟਰੀਬਿਊਸ਼ਨ ਹੈ, ਉਹ ਬਹੁਤ ਵੱਡੀ ਹੈ ਔਰ ਉਹ ਇਤਿਹਾਸ ਦਾ ਇੱਕ ਐਸਾ ਵਰਕਾ ਹੈ। ਪਰ ਇਸ ਦੇ ਨਾਲ ਕੁਦਰਤੀ ਤੌਰ ਦੇ ਉੱਤੇ, ਕਿਉਂਕਿ ਉਹ ਆਪਣੇ ਨਹੀਂ ਬਲਕਿ ਦੂਸਰਿਆਂ ਦੇ ਪਰਚਮ ਥੱਲੇ ਉਹਨਾਂ ਨੇ ਮੱਲਾਂ ਮਾਰੀਆਂ, ਸੋ ਕੁਦਰਤੀ ਤੌਰ ਦੇ ਉੱਤੇ ਉਹ ਇਤਿਹਾਸ ਦੇ ਵਿੱਚ ਉਹ ਰੋਲ ਅਦਾ ਨਹੀਂ ਕੀਤਾ ਜਾ ਸਕਦਾ, ਉਹ ਰੋਲ ਅੰਕਿਤ ਨਹੀਂ ਹੋਏਗਾ। ਪਰ ਇੱਕ ਉਪਰਾਲੇ ਦੇ ਤੌਰ 'ਤੇ, ਸ਼ੁਰੂਆਤ ਦੇ ਤੌਰ 'ਤੇ ਵੀ ਅਗਰ ਕਿਹਾ ਜਾਏ ਤਾਂ ਇੱਕ ਸ਼ਲਾਘਾਯੋਗ ਕਦਮ ਹੈ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ। ਉਸ ਦੇ ਬਾਅਦ ਅਸੀਂ ਕੋਸ਼ਿਸ਼ ਕਰਾਂਗੇ, ਆਪਣੇ ਮਹਿਮਾਨ ਦੇ ਨਾਲ ਗੱਲਬਾਤ ਕਰਾਂਗੇ, ਜਿਹੜਾ ਆਰਗਨ ਡੋਨੇਸ਼ਨਸ ਦੇ ਬਾਰੇ ਇਹ ਜਿਹੜੀ ਮੁਹਿੰਮ ਚੱਲ ਰਹੀ ਹੈ ਔਰ ਖ਼ਾਸ ਕਰਕੇ ਸਿੱਖਾਂ ਨੂੰ ਇਸ ਦੇ ਵਿੱਚ ਸ਼ਾਮਲ ਕਰਨ ਦੀ ਉਚੇਚੇ ਤੌਰ ਦੇ ਉੱਤੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਦੇ ਬਾਰੇ ਸਾਡੇ ਮਹਿਮਾਨ ਸਾਡੇ ਨਾਲ ਗੱਲਬਾਤ ਕਰਨਗੇ, ਤੁਹਾਡੇ ਰੂਬਰੂ ਹੋਣਗੇ ਇੱਕ ਵਕਫੇ ਦੇ ਬਾਅਦ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਤੁਹਾਡੇ ਨਾਲ ਜਿਵੇਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਆਰਗਨ ਡੋਨੇਸ਼ਨ ਜਾਂ ਅੰਗਦਾਨ, ਜਿਹੜਾ ਸ਼ਾਇਦ ਇੱਕ ਬਹੁਤ ਹੀ ਵਿਲੱਖਣ ਪਰ ਬਹੁਤ ਹੀ ਵੱਡਾ ਇੱਕ ਦਾਨ ਹੈ, ਜਿਹੜਾ ਕਿਸੇ ਦੇ ਵੀ ਸਹਾਈ ਹੋ ਸਕਦਾ ਹੈ ਉਸ ਨੂੰ ਇੱਕ ਕਿਸਮ ਦੀ ਨਵੀਂ ਜ਼ਿੰਦਗੀ ਦਿਵਾਉਣ ਵਿੱਚ।
ਔਰ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਨਾਲ ਬਹੁਤ ਹੀ ਸੀਨੀਅਰ ਡਾਕਟਰ ਗੁਰਪ੍ਰਤਾਪ ਸਿੰਘ ਜੀ ਜਲੰਧਰ ਤੋਂ, ਜਿਹੜੇ ਕਿ ਖੁਦ ਮਾਹਿਰ ਡਾਕਟਰ ਹੁੰਦਿਆਂ ਹੋਇਆਂ ਉਹਨਾਂ ਨੇ ਇੱਕ ਕਿਸਮ ਦਾ ਮਿਸ਼ਨ ਦੇ ਤੌਰ ਦੇ ਉੱਤੇ ਅੰਗਦਾਨ ਦੇ ਬਾਰੇ, ਆਰਗਨ ਡੋਨੇਸ਼ਨਸ ਦੇ ਬਾਰੇ ਕਾਫੀ ਲੋਕਾਂ ਨੂੰ ਜਾਗਰੂਕ ਕੀਤਾ, ਸੈਮੀਨਾਰਸ ਦੇ ਰਾਹੀਂ, ਰੇਡੀਓ ਟਾਕਸ ਦੇ ਰਾਹੀਂ ਔਰ ਟੀਵੀ ਪ੍ਰੋਗਰਾਮਸ ਔਰ ਸੈਮੀਨਾਰਸ ਦੇ ਵਿੱਚ ਵੀ, ਔਰ ਇਸ ਦੇ ਨਾਲ ਉਹ ਕਈ ਸੰਸਥਾਵਾਂ ਦੇ ਨਾਲ ਵੀ ਜੁੜੇ ਹਨ। ਬਾਪੂ ਇੰਦਰ ਸਿੰਘ ਟਰਸਟ, ਉਸ ਦੇ ਇਲਾਵਾ ਕਲਗੀਧਰ ਟਰਸਟ ਦੇ ਵਿੱਚ ਵੀ ਬਹੁਤ ਹੀ ਐਕਟਿਵ ਰੋਲ ਉਹਨਾਂ ਦਾ ਹੈ ਔਰ ਬੜੀ ਸ਼ਿੱਦਤ ਦੇ ਨਾਲ ਸੇਵਾ ਕਰ ਰਹੇ ਹਨ, ਔਰ ਹੋਰ ਵੀ ਕਈ ਸਮਾਜਿਕ ਸੰਸਥਾਵਾਂ ਦੇ ਨਾਲ ਸਾਡੇ ਨਾਲ ਜੁੜ ਚੁੱਕੇ ਹਨ ਜਲੰਧਰ ਤੋਂ। ਡਾਕਟਰ ਸਾਹਿਬ, ਗੈਟ ਪੰਜਾਬੀ ਰਾਹੀਂ ਅਮਰੀਕਾ ਔਰ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ। ਜੀ ਆਇਆਂ ਨੂੰ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਕਿਉਂਕਿ ਅਸੀਂ ਚਾਹਾਂਗੇ, ਤੁਸੀਂ ਤਾਂ ਬਿਲਕੁਲ ਟੈਕਨੀਕਲ ਔਰ ਪ੍ਰੋਫੈਸ਼ਨਲ ਆਪਣੀ ਤੁਹਾਡੀ ਭਾਸ਼ਾ ਹੁੰਦੀ ਹੈ, ਪਰ ਆਮ ਸਧਾਰਨ ਬੋਲੀ ਦੇ ਵਿੱਚ ਇਸ ਦੇ ਬਾਰੇ ਜੇ ਦੱਸਣਾ ਹੋਏ ਇੱਕ ਆਮ ਵਿਅਕਤੀ ਨੂੰ ਕਿ ਇਹ ਆਰਗਨ ਡੋਨੇਸ਼ਨ ਕੀ ਚੀਜ਼ ਹੈ ਔਰ ਕਿਸ ਉਮਰ ਵਿੱਚ ਕਿਸ ਨੂੰ ਦੇਣੀ ਚਾਹੀਦੀ ਹੈ, ਕੌਣ ਕਰ ਸਕਦਾ ਹੈ, ਔਰ ਇਹ ਹੁੰਦਾ ਕੀ ਹੈਗਾ? ਦੇਖੋ, ਇਸ ਤਰ੍ਹਾਂ ਹੈ ਕਿ ਜਿਹੜਾ ਸਾਡਾ ਸਰੀਰ ਹੈ ਸਾਰਾ, ਉਹ ਸੈੱਲਾਂ ਦਾ ਬਣਿਆ ਹੋਇਆ ਹੁੰਦਾ। ਸੈੱਲ ਸਭ ਤੋਂ ਛੋਟੀ ਯੂਨਿਟ ਹੈ ਜੀ। ਉਸ ਤੋਂ ਸੈੱਲ ਬਹੁਤ ਸਾਰੇ ਇਕੱਠੇ ਹੋ ਕੇ ਅੱਗੇ ਟਿਸ਼ੂਜ਼ ਬਣ ਜਾਂਦੇ, ਤੰਤੂ ਕਹਿੰਦੇ ਹਾਂ ਜੀ। ਔਰ ਬਹੁਤ ਸਾਰੇ ਟਿਸ਼ੂਜ਼ ਇਕੱਠੇ ਹੋ ਕੇ ਇੱਕ ਆਰਗਨ ਹੈ, ਔਰ ਸਾਡਾ ਸਰੀਰ ਜਿਹੜਾ ਉਹ ਕਈ ਆਰਗਨ ਦੇ ਸਹਾਰੇ ਚੱਲਦਾ ਹੈ ਜੀ। ਇਸ ਤਰ੍ਹਾਂ ਕਿ ਦਿਲ ਹੈ, ਦਿਮਾਗ ਹੈ, ਗੁਰਦੇ ਹਨ। ਜੀ 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 ਜੀ। ਇਹ ਜਦੋਂ ਕੁਝ ਹਾਲਤਾਂ ਐਸੀਆਂ ਹੁੰਦੀਆਂ ਨੇ ਸਰੀਰ ਦੀਆਂ ਜਿਨ੍ਹਾਂ ਦੇ ਵਿੱਚ ਕੁਝ ਬਿਮਾਰੀਆਂ ਕਰਕੇ ਜਾਂ ਕੁਝ ਕਾਰਨਾਂ ਦੇ ਕਰਕੇ ਇਹ ਸਾਡੇ ਅੰਗ ਜਿਹੜੇ ਉਹ ਕੰਮ ਕਰਨਾ ਬੰਦ ਕਰ ਦਿੰਦੇ ਹਨ। ਅੱਛਾ। ਮਿਸਾਲ ਦੇ ਤੌਰ ਤੇ ਜੇ ਸਾਡੇ ਗੁਰਦੇ ਕੰਮ ਕਰਨਾ ਬੰਦ ਕਰ ਦੇਣ ਤਾਂ ਜ਼ਿੰਦਗੀ ਦਾ ਜਿਹੜਾ ਹੈਗਾ ਉਹ ਜੀਵਨ ਚੱਲਣਾ ਮੁਸ਼ਕਲ ਹੋ ਜਾਂਦਾ ਹੈ ਜੀ। ਸੋ ਉਸ ਹਾਲਾਤ ਦੇ ਵਿੱਚ ਜ਼ਿੰਦਾ ਰਹਿਣ ਦੇ ਲਈ ਜੀ ਸਾਨੂੰ ਇੱਕ ਹੋਰ ਇਨਸਾਨ ਦੇ ਗੁਰਦੇ ਤੇ ਜਾਂ ਬਨੌਟੀ ਗੁਰਦੇ ਤੇ ਨਿਰਭਰ ਰਹਿਣਾ ਪੈਂਦਾ ਹੈ ਜੀ ਜੀ। ਸੋ ਅੰਗਦਾਨ ਉਹ ਹੈ ਕਿ ਜਦੋਂ ਇੱਕ ਵਿਅਕਤੀ ਜਿਹੜਾ ਕਿ ਜੀਵਤ ਹੈ, ਜਿਹਦਾ ਕਿ ਜ਼ਿੰਦਗੀ ਚੱਲ ਰਹੀ ਹੈ ਜੀ, ਉਹ ਆਪਣੇ ਅੰਗ, ਉਸਦੇ ਅੰਗ ਜਿਹੜੇ ਕਿਸੇ ਹੋਰ ਲੋੜਵੰਦ ਵਿਅਕਤੀ ਨੂੰ ਦੇ ਦਿੱਤੇ ਜਾਣ ਜੀ, ਉਹਨੂੰ ਅਸੀਂ ਅੰਗਦਾਨ ਜਿਹੜਾ ਉਹ ਕਹਿੰਦੇ ਹਾਂ ਜੀ 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 ਜੀ। ਆਮ ਹਾਲਾਤ ਵਿੱਚ ਜੀ 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 ਹਾਂਜੀ ਜਿਹੜੇ ਹੈ ਕੰਡੀਸ਼ਨਸ ਆ ਜਾਂਦੀਆਂ ਹਨ ਜਿਹਦੇ ਵਿੱਚ ਕਿ ਸਾਡਾ ਇੱਕ ਅੰਗ ਨਹੀਂ ਕੰਮ ਕਰਦਾ ਲੇਕਿਨ ਬਾਕੀ ਸਰੀਰ ਦੇ ਅੰਗ ਕੰਮ ਕਰ ਰਹੇ ਹੁੰਦੇ ਹਨ ਜੀ। ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਅਚਾਨਕ, ਤਾਂ ਉਹਦਾ ਜਿਹੜਾ ਹੈਗਾ ਉਹ ਦਿਮਾਗ ਨਹੀਂ ਕੰਮ ਕਰ ਰਿਹਾ ਲੇਕਿਨ ਬਾਕੀ ਅੰਗ ਚੱਲ ਰਹੇ ਹਨ ਜੀ। ਉਸ ਹਾਲਾਤ ਵਿੱਚ ਬਨੌਟੀ ਜਿਹੜਾ ਮਸ਼ੀਨਾਂ ਦੇ ਸਹਾਰੇ ਹੀ ਉਹਦੀ ਜ਼ਿੰਦਗੀ ਹੁੰਦੀ ਹੈ ਜੀ। ਤੇ ਜੇ ਅਸੀਂ ਮਸ਼ੀਨ ਤੋਂ ਮਰੀਜ਼ ਨੂੰ ਉਤਾਰਾਂਗੇ ਤਾਂ ਉਹਦੀ ਮੌਤ ਹੋ ਜਾਏਗੀ ਜੀ। ਉਸ ਹਾਲਾਤ ਦੇ ਵਿੱਚ ਉਹਦੇ ਜਿਹੜੇ ਅੰਗ ਹੈ ਉਹ ਕਾਫੀ ਸਾਰੇ ਅੰਗ ਅਸੀਂ ਇਸਤੇਮਾਲ ਕਰਕੇ ਬਹੁਤ ਸਾਰੇ ਹੋਰ ਲੋਕਾਂ ਨੂੰ ਜ਼ਿੰਦਗੀ ਦੇ ਸਕਦੇ ਹਾਂ ਜੀ 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 ਜੀ। ਤੇ ਇਹ ਦੱਸੋਗੇ ਕਿ ਅਸੀਂ ਜੇ ਗੱਲ ਕਰੀਏ ਪੰਜਾਬ ਦੇ ਵਿੱਚ, ਤੇ ਇੱਥੇ ਕੀ ਕਿੰਨਾ ਕੁ ਕਾਮਯਾਬ ਹੋਇਆ ਜਾਂ ਕਿੰਨੀ ਕੁ ਜਾਗਰੂਕਤਾ ਆਈ ਹੈ, ਤੇ ਕਿਹੜੇ ਕਿਹੜੇ ਅੰਗ ਦਿੱਤੇ ਜਾ ਸਕਦੇ ਹੈ ਜਾਂ ਲੱਗ ਸਕਦੇ ਹੈ? ਸਰੀਰ ਦੇ ਕਿਹੜੇ ਅੰਗ ਮੁੱਖ ਤੌਰ ਦੇ ਉੱਤੇ ਇਸਤੇਮਾਲ ਹੋ ਸਕਦੇ? ਦੇਖੋ, ਜਿਹੜਾ ਆਮ ਤੌਰ ਤੇ ਸਭ ਤੋਂ ਜ਼ਿਆਦਾ ਲੋਕੀ ਜਾਗਰੂਕ ਹਨ ਉਹ ਗੁਰਦਿਆਂ ਦੇ ਬਾਰੇ ਵਿੱਚ ਹਨ ਜੀ। ਤਕਰੀਬਨ ਕਾਫੀ ਪੰਜਾਬੀਆਂ ਨੂੰ, ਜਾਂ ਮੈਂ ਸਮਝਦਾ ਕਿ ਸਾਰੇ ਕਾਫੀ ਲੋਕਾਂ ਨੂੰ ਪਤਾ ਹੈ ਕਿ ਜੇ ਗੁਰਦੇ ਖਰਾਬ ਹੋਣ ਤਾਂ ਉਹਦਾ ਇੱਕ ਇਹ ਵੀ ਕਾਰਨ ਹੈ ਕਿ ਪਿੱਛੇ ਕੁਝ ਸਾਡੇ ਇੱਥੇ ਗੁਰਦਿਆਂ ਦਾ ਰੈਕਟ ਵੀ ਸ਼ਾਇਦ, ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਚੱਲਦਾ ਰਿਹਾ ਕਿ ਲੋਕਾਂ ਦੇ ਜਿਹੜੇ ਅੰਗ ਉਹ ਖਰੀਦ ਕੇ ਕੁਝ ਲੋਕ ਕਰਦੇ ਰਹੇ, ਉਹਦੇ ਨਾਲ ਅਵੇਅਰਨੈਸ ਵੀ ਹੋਈ ਹੈ ਜੀ ਜੀ। ਸੋ ਕਿਡਨੀ ਜਿਹੜੀ ਟ੍ਰਾਂਸਪਲਾਂਟ ਜਾਂ ਗੁਰਦੇ ਦਾ ਟ੍ਰਾਂਸਪਲਾਂਟ ਹੈ ਉਹ ਹੋ ਸਕਦਾ ਹੈ। ਉਸ ਤੋਂ ਬਾਅਦ ਜਿਗਰ ਦਾ ਟ੍ਰਾਂਸਪਲਾਂਟ ਹੋ ਸਕਦਾ ਹੈ ਤੇ ਅੱਜ ਕੱਲ ਤੇ ਹਾਰਟ ਦਾ ਵੀ ਟ੍ਰਾਂਸਪਲਾਂਟ ਜਿਹੜਾ ਕਾਰਡਿਕ ਟ੍ਰਾਂਸਪਲਾਂਟ ਹੋਣਾ ਸ਼ੁਰੂ ਹੋ ਗਿਆ ਹੈ ਜੀ। ਤੇ ਲੰਗਸ ਵੀ ਦਿੱਤੇ ਜਾ ਸਕਦੇ ਹਨ ਜੀ। ਔਰ ਜਿਹੜੇ ਹੈਗਾ ਸਾਡੀਆਂ ਹੱਡੀਆਂ ਵੀ ਜਿਹੜੀਆਂ ਉਹ ਮੌਤ ਤੋਂ ਬਾਅਦ ਕਿਸੇ ਹੋਰ ਇਨਸਾਨ ਦੇ ਕੰਮ ਆ ਸਕਦੀਆਂ ਹਨ। ਅੱਛਾ 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 ਅੱਛਾ, ਠੀਕ ਹੈ। ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਾਰਿਆਂ ਨੂੰ ਜੀ ਕਿ ਅੱਖਾਂ ਤਾਂ ਹੈ ਹੀ ਹੈ ਜੀ, ਅੱਖਾਂ ਦਾ ਕੋਰਨੀਆ ਤਾਂ ਹੈ ਹੀ ਹੈ ਜੀ। ਸ੍ਰੀਲੰਕਾ ਇੱਕ ਐਸਾ ਦੇਸ਼ ਹੈ ਜਿਹਦੇ ਵਿੱਚ ਕਿ ਮਰਨ ਤੋਂ ਬਾਅਦ ਜਿਹੜਾ ਹੱਡੀਆਂ ਲੋਕੀ ਜਿਹੜਾ ਦਾਨ, ਬੋਡੀ ਹੋਲ ਬੋਡੀ ਡੋਨੇਸ਼ਨ ਜਿਹਨੂੰ ਸਾਰਾ ਸਰੀਰ ਦਾਨ ਕਰ ਦਿੰਦੇ ਹਨ ਜੀ, ਔਰ ਉਹਦੇ ਚੋਂ ਹੱਡੀਆਂ ਤੇ ਜੋੜ ਕੱਢ ਕੇ ਉਹਨਾਂ ਨੂੰ ਅਸੀਂ
ਪ੍ਰੀਜ਼ਰਵ ਕਰਕੇ ਰੱਖ ਲੈਂਦੇ ਹਨ, ਜਿਹੜੇ ਕਿ ਬਾਅਦ ਵਿੱਚ ਕਈ ਤਰ੍ਹਾਂ ਦੇ ਕੈਂਸਰ ਦੇ ਬਾਅਦ ਜਿਵੇਂ ਹੱਡੀ ਨੂੰ ਕੱਟਣ ਦੀ ਲੋੜ ਪੈ ਜਾਂਦੀ ਹੈ, ਉਹਨਾਂ ਦੇ ਵਿੱਚੋਂ ਕੰਮ ਆ ਜਾਂਦਾ। ਸ਼੍ਰੀਲੰਕਾ ਦੁਨੀਆ ਸਭ ਤੋਂ ਇੱਕ ਐਸਾ ਦੇਸ਼ ਹੈ ਕਿ ਜਿਹੜਾ ਇਸ ਸਿਧਾਂਤ ਵਿੱਚ ਹੱਡੀਆਂ ਸਭ ਤੋਂ ਅੱਗੇ ਹੈ। ਅੱਛਾ 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 ਅੱਛਾ, ਠੀਕ ਹੈ ਠੀਕ ਹੈ। ਤੇ ਡਾਕਟਰ ਸਾਹਿਬ ਜਿਵੇਂ ਸਾਡੇ ਸੈਂਟਰ ਹਨ ਜੀ, ਉੱਥੇ ਹੱਡੀਆਂ ਜਿਹੜੀਆਂ ਉਹ ਸ਼੍ਰੀਲੰਕਾ ਤੋਂ ਜਿਹੜੀਆਂ ਆਉਂਦੀਆਂ ਉਹਨੂੰ ਪੈਕ ਹੋ ਕੇ, ਜਿੱਦਾਂ ਅਸੀਂ ਹੋਰ ਜਿਹੜੀ ਮਾਰਕੀਟ ਵਿੱਚ ਚੀਜ਼ ਖਰੀਦਦੇ ਹਾਂ ਉਹਨਾਂ ਨੂੰ ਪ੍ਰੋਸੈਸ ਕਰਕੇ ਪ੍ਰੀਜ਼ਰਵ ਕਰਕੇ ਉਹ ਜਿਹੜਾ ਹੈ ਉਹ ਕਿਤੇ ਵੀ ਤੁਸੀਂ ਉਹਨਾਂ ਨੂੰ ਜਾ ਕੇ ਯੂਜ਼ ਕਰ ਸਕਦੇ। ਲੇਕਿਨ ਇਹ ਹੁੰਦਾ ਬੋਡੀ ਡੋਨੇਸ਼ਨ ਮਰਨ ਤੋਂ ਬਾਅਦ, ਜਦੋਂ ਕਿ ਪੇਸ਼ੈਂਟ ਆਲਰੇਡੀ ਡੈਡ ਹੋ ਚੁੱਕਾ, ਉਦੋਂ ਹੱਡੀਆਂ ਅਸੀਂ ਉਹਦੀਆਂ ਕੱਢ ਸਕਦੇ ਹਾਂ। ਜੀ 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 ਜੀ। ਤੇ ਡਾਕਟਰ ਸਾਹਿਬ ਇਹਦੇ ਚ ਪਤਾ ਜਿਹੜਾ ਕਿ ਜੀ ਲੋਕਾਂ 'ਚ ਇਹਦੇ ਲਈ ਕੀ ਕਾਰਨ ਹੈ, ਕਿਉਂ ਨਹੀਂ ਇਸ ਪਾਸੇ ਆਉਂਦੇ? ਕੀ ਕੋਈ ਕਿਸਮ ਦਾ ਸਮਾਜਿਕ ਕੋਈ ਭਰਮ ਹੈ, ਵਹਿਮ ਹੈ, ਜਾਂ ਕੋਈ ਇੱਦਾਂ ਦੀ ਵੀ ਲੋਕਾਂ ਦੇ 'ਚ ਫੀਲਿੰਗ ਹੈ ਜਿਹਦੇ ਕਰਕੇ ਇਹ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੇ? ਕਿਉਂਕਿ ਹੁਣ ਵੀ ਨਿਕਲਿਆ ਹੈ ਕਿ ਜਿਸ ਤਰ੍ਹਾਂ ਦੇ ਸਟੈਟਿਸਟਿਕਸ ਆਉਂਦੇ ਹੈ ਕਿ ਲੋਕਾਂ ਦੇ ਵਿੱਚ ਕੁਝ ਡਰ ਜਾਂ ਕੁਝ ਕਹਿ ਲਓ ਕਿ ਭਰਮ ਵਹਿਮ ਦੀ ਵਜ੍ਹਾ ਕਰਕੇ ਵੀ ਲੋਕ ਨਹੀਂ ਆਪਣੇ ਅੰਗ ਦਾਨ ਦੇਣਾ ਚਾਹੁੰਦੇ। ਉਹਦੇ ਵਿੱਚ ਸਾਡੇ ਦੋ ਤਿੰਨ ਗੱਲਾਂ ਹਨ। ਪਹਿਲੀ ਗੱਲ ਤੇ ਇਹ ਹੈ ਕਿ ਇਹ ਜਿਹੜੀ ਹੈਗੀ ਮੁਹਿੰਮ ਹੈ ਜਾਂ ਡਰਾਈਵ ਹੈ, ਅਜੇ ਜਿਸ ਲੈਵਲ ਤੱਕ ਹੋਣੀ ਚਾਹੀਦੀ ਉਸ ਲੈਵਲ ਤੱਕ ਨਹੀਂ ਗਈ ਹੈ ਜੀ। ਮਿਸਾਲ ਦੇ ਤੌਰ ਤੇ ਜੇ ਕੋਈ ਅੱਜ ਅੰਗ ਦੇਣਾ ਵੀ ਚਾਹੇ ਤਾਂ ਉਹਨੂੰ ਪਤਾ ਹੀ ਨਹੀਂ ਕਿ ਅੰਗ ਮੈਂ ਕਿੱਥੇ ਦੇਣੇ ਹਨ, ਕੀ ਕਰਨਾ ਹੈ ਜਾਂ ਕਿਸ ਤਰ੍ਹਾਂ। ਨੰਬਰ 1। ਨੰਬਰ 2 ਦੇ ਉੱਤੇ ਜਿਹੜੀ ਸਾਡੀ ਕਾਨੂੰਨੀ ਪ੍ਰਕਿਰਿਆ ਹੈ ਜੀ, ਉਹ ਜਿਹੜੀ ਹੈ ਉਹਦੇ ਵਿੱਚੋਂ ਦੀ ਤੁਹਾਨੂੰ ਲੰਘਣਾ ਪੈਂਦਾ ਹੈ। ਜਿਸ ਤਰ੍ਹਾਂ ਕਿ ਇੱਕ ਹਸਪਤਾਲ ਦੇ ਵਿੱਚ ਮਰੀਜ਼ ਦਾਖਲ ਹੈ ਜਿਹਨੂੰ ਜਿਹੜਾ ਕਿ ਬ੍ਰੇਨ ਡੈਡ ਹੋ ਗਿਆ, ਜਿਹੜੇ ਕਿ ਆਰਗਨ ਅਸੀਂ ਦਿੱਤੇ ਜਾ ਸਕਦੇ ਹਨ। ਸੋ ਇੱਕ ਦੂਜੇ ਹਸਪਤਾਲ 'ਚ ਮਰੀਜ਼ ਹੈ ਜਿਹਨੂੰ ਕਿ ਲੋੜ ਹੈ, ਜਾਂ ਭਾਵੇਂ ਇੱਕ ਹਸਪਤਾਲ ਦੇ ਵਿੱਚ ਹੀ ਹਨ, ਉਹ ਦੋਨਾਂ ਏਰੀਆ ਦਾ ਨੂੰ SHO ਨੂੰ ਜਿਹੜਾ ਹੈਗਾ ਇਨਫੋਰਮ ਕਰਨਾ ਪੈਂਦਾ ਹੈ। ਜਿਹੜਾ ਮਰੀਜ਼ ਦੇ ਜਿਹੜੇ ਰਿਸ਼ਤੇਦਾਰ ਹਨ ਉਹਨਾਂ ਤੋਂ ਤੁਹਾਨੂੰ ਕੰਸੈਂਟ ਲੈਣੀ ਪੈਂਦੀ। ਉਹਨਾਂ 'ਚੋਂ ਇੱਕ ਅੱਧਾ ਕੋ ਕਹਿ ਦਿੰਦਾ ਨਹੀਂ ਜੀ ਕੀ ਲੋੜ ਹੈ, ਛੱਡੋ ਪਰੇ। ਜਾਂ ਸਾਡੇ ਕੁਝ ਧਾਰਮਿਕ ਜਿਹੜੇ ਹਨ, ਉਹ ਕੁਝ ਧਰਮਾਂ ਦੇ ਵਿੱਚ ਵਿਸ਼ਵਾਸ ਕਰਦੇ ਆ ਵੀ ਜੇ ਇਸ ਵਿੱਚ ਜਨਮ 'ਚ ਅਸੀਂ ਅੰਗ ਦਾਨ ਦੇ ਦਿਆਂਗੇ ਤੇ ਜਦੋਂ ਇਹਦਾ ਅਗਲਾ ਜਨਮ ਹੋਏਗਾ ਉਹਦੇ 'ਚ ਅੰਗ ਨਹੀਂ ਹੋਏਗਾ। ਕੁਝ ਲੋਕਾਂ ਦਾ ਇਹ ਵੀ ਅੰਧ ਵਿਸ਼ਵਾਸ ਜਿਹੜਾ ਹੈ, ਜਦਕਿ ਇਹਦੇ ਪਿੱਛੇ ਕੋਈ ਲੌਜਿਕ ਨਹੀਂ ਹੈ, ਲਿਖਿਆ ਨਹੀਂ ਹੋਇਆ ਕਿਤੇ, ਜਿੰਨਾ ਮੈਨੂੰ ਪਤਾ। ਤੇ ਕੁਝ ਧਰਮਾਂ ਦੇ ਵਿੱਚ ਤਾਂ ਜਿਹੜਾ ਹੈਗਾ ਉਹ ਜਿਹੜਾ ਹੈਗਾ ਕਹਿੰਦੇ ਜੀ ਨਹੀਂ, ਜਿਹੜੀ ਬੋਡੀ ਉਹ ਸਾਰੀ ਸਬੂਤੀ ਰੱਖਣੀ ਹੈ ਜੀ, ਨਹੀਂ ਤੇ ਜਿਹੜਾ ਹੈ ਜਿਸ ਤਰ੍ਹਾਂ ਕਿ ਮੁਸਲਮਾਨ ਧਰਮ ਦੇ ਵਿੱਚ, ਇਸਲਾਮ ਦੇ ਵਿੱਚ ਕਹਿੰਦੇ ਹਨ ਕਿ ਜਿਹੜਾ ਉਹ ਟਾਈਮ ਆਏਗਾ ਕਿ ਸਾਰੇ ਉੱਠ ਜਾਣਗੇ ਤੇ ਜੰਨਤ ਵਿੱਚ ਜਾਣਗੇ। ਉਹ ਫਿਰ ਉਹ ਵਿਸ਼ਵਾਸ ਕਰਦੇ ਹਨ ਕਿ ਜੇ ਉਹ ਪੂਰਾ ਨਹੀਂ ਹੋਏਗਾ ਸਰੀਰ ਤਾਂ ਉਹ ਇਹ ਕੁਝ ਇਹ ਕਾਰਨ ਹਨ। ਦੂਜਾ ਸਾਡੇ ਜੇ ਏਦਾਂ ਦੇ ਜਿਹੜੇ ਸੈਂਟਰ ਆਫ ਐਕਸਲੈਂਸ ਜਾਂ ਉਹ ਪੱਕੇ ਸੈਂਟਰ ਵੀ ਨਹੀਂ ਹਨ ਕਿ ਜਿਹਨਾਂ ਤੋਂ ਸਾਨੂੰ ਜਿੱਥੇ ਅਸੀਂ ਜਾ ਕੇ ਜਦੋਂ ਮੌਕਾ ਆਏ ਤੇ ਇਸ ਤਰ੍ਹਾਂ ਕਰ ਸਕੀਏ। ਔਰ ਕਈ ਵਾਰੀ ਮੌਕੇ ਤੇ ਸਾਰੇ ਰਿਸ਼ਤੇਦਾਰ ਰਜ਼ਾਮੰਦ ਨਹੀਂ ਹੁੰਦੇ, ਔਰ ਜਿਹੜਾ ਲੋਕ ਇੰਨੀ ਕਾਰਵਾਈ ਕਰਨ ਤੋਂ ਡਰਦੇ ਨੇ, ਕਹਿੰਦੇ ਮੈਂ ਕੀ ਲੈਣਾ, ਸਾਡਾ ਬੰਦਾ ਚਲਾ ਗਿਆ, ਆਪਾਂ ਦੂਜੇ ਤੋਂ ਕੀ ਲੈਣਾ। ਜਿਹੜਾ ਉਹ ਵੀ ਸਾਡਾ ਇੱਕ ਤਰ੍ਹਾਂ ਦਾ ਵਿਵਹਾਰ ਹੈ, ਉਹ ਵੀ ਇਸ ਕੰਮ ਦੇ ਵਿੱਚ ਹੁੰਦਾ ਹੈ ਜੀ ਜੀ। ਮਤਲਬ ਅਣਗਹਿਲੀ ਕਹਿ ਲਓ, ਕੈਰਲੈਸਨੈਸ ਕਹਿ ਲਓ, ਜਾਂ ਬਿਲਕੁਲ ਇਨਡਿਫਰੈਂਟ ਐਟੀਟਿਊਡ ਜਿਹਨੂੰ ਕਹਿੰਦੇ ਆ, ਹੈ ਨਾ। ਹਾਂਜੀ ਹਾਂਜੀ ਹਾਂਜੀ। ਤੇ ਡਾਕਟਰ ਸਾਹਿਬ ਇਹਦੇ 'ਚ ਇਹ ਦੱਸੋਗੇ ਕਿ ਜਿਹੜਾ ਡੋਨਰ ਤੇ ਡੋਨੀ ਹੈ, ਯਾਨੀ ਜਿਹਦਾ ਅੰਗ ਲਿਆ ਜਾਣਾ ਹੈ ਔਰ ਜਿਸ ਨੂੰ ਦਿੱਤਾ ਜਾਣਾ ਹੈ, ਦੋਨਾਂ ਦੇ ਜੈਂਡਰ ਦੇ ਵਿੱਚ ਵੀ ਕੋਈ ਉਹਦਾ ਅਸਰ ਪੈਂਦਾ ਹੈ? ਯਾਨੀ ਅਗਰ ਮੇਲ ਫੀਮੇਲ ਜਾਂ ਉਹਦੇ 'ਚ ਮਰਦ ਔਰਤ ਦਾ ਜਾਂ ਬੱਚੇ ਵੱਡੇ ਦਾ ਉਹ ਨਹੀਂ ਅਸਰ ਪੈਂਦਾ। ਅੱਛਾ। ਲੇਕਿਨ ਜਿਸ ਤਰ੍ਹਾਂ ਅੱਜ ਕੱਲ੍ਹ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹਨ, ਜਿਸ ਤਰ੍ਹਾਂ ਕਿ ਏਡਜ਼ ਹੈ ਜਾਂ ਹੋਰ ਡਿਜ਼ੀਜ਼ਸ ਹਨ, ਉਹ ਜਦੋਂ ਅਸੀਂ ਅੰਗ ਕਿਸੇ ਦੇ ਲੈਂਦੇ ਹਾਂ ਤਾਂ ਉਹ ਪਹਿਲੇ ਉਹਦੇ ਸਾਰੇ ਟੈਸਟ ਕੀਤੇ ਜਾਂਦੇ ਹਨ, ਇਹ ਦੇਖਣ ਲਈ ਕਿ ਉਹਨੂੰ ਕੋਈ ਅਸੀਂ ਜਿਹੜਾ ਬੰਦਾ ਅੰਗ ਦਾਨ ਕਰ ਰਿਹਾ ਹੈ, ਡੋਨਰ, ਉਸ ਤੋਂ ਡੋਨੀ ਨੂੰ ਕੋਈ ਅਸੀਂ ਬਿਮਾਰੀ ਤਾਂ ਨਹੀਂ ਦੇ ਰਹੇ ਨਾਲ, ਜਾਂ ਉਹਦਾ ਜਿਹੜਾ ਬਲੱਡ ਗਰੁੱਪ ਮੈਚ ਕਰਦਾ ਹੈ। ਉਹ ਸਾਰੀ ਤਰ੍ਹਾਂ ਦੇ ਜਿਹੜੇ ਟੈਸਟ ਹੈ, ਜਾਂ ਉਹਦੇ ਜਦੋਂ ਵੀ ਇੱਕ ਫਰਜ਼ ਕਰੋ ਇੱਕ ਅਸੀਂ ਗੁਰਦਾ ਦੂਜੇ ਦੇ ਲਗਾ ਦਿਆਂਗੇ ਤਾਂ ਕਿ ਉੱਥੇ ਉਸ ਟਿਕੇਗਾ, ਉਹਨੂੰ ਬੋਡੀ ਦੂਜੇ ਦੀ ਐਕਸੈਪਟ ਕਰ ਲੇਗੀ ਕਿ ਨਹੀਂ, ਉਹਦੇ ਬਲੱਡ ਗਰੁੱਪ ਹੈ, ਹੋਰ ਟੈਸਟ ਹੈ, ਸਾਰੇ ਉਹ ਟੈਸਟ ਪਹਿਲੇ ਕੀਤੇ ਜਾਂਦੇ ਨੇ। ਆਮ ਤੌਰ ਤੇ ਇਹ ਹੁੰਦਾ ਕਿ ਜਿਵੇਂ ਸਟ੍ਰੋਕ ਹੋਇਆ ਜਾਂ ਕੋਈ ਐਸਾ ਅਟੈਕ ਹੋਇਆ ਕਿ ਬ੍ਰੇਨ ਨੇ ਕੰਮ ਕਰਨਾ ਬੰਦ ਕਰਤਾ ਜਾਂ ਐਕਸੀਡੈਂਟ ਹੋ ਗਿਆ, ਸਾਡੇ ਕੋਲ ਇੱਕ ਮਸ਼ੀਨ ਹੁੰਦੀ ਵੈਂਟੀਲੇਟਰ, ਉਹ ਸਾਹ ਲੈਣਾ ਮਰੀਜ਼ ਬੰਦ ਕਰ ਦਿੰਦਾ, ਅਸੀਂ ਉਹਨੂੰ ਵੈਂਟੀਲੇਟਰ ਨਾਂ ਦੀ ਮਸ਼ੀਨ ਤੇ ਪਾ ਦਿੰਦੇ ਹਾਂ। ਹੁਣ ਦਿਮਾਗ ਦਾ ਕੰਟਰੋਲ ਖਤਮ ਹੋ ਗਿਆ, ਮਰੀਜ਼ ਸਾਹ ਨਹੀਂ ਲੈ ਸਕਦਾ, ਵੈਂਟੀਲੇਟਰ ਤੇ ਹੈ, ਮਸ਼ੀਨ ਤੇ ਹੈ। ਜਦੋਂ ਮਸ਼ੀਨ ਆਫ ਕਰਾਂਗੇ ਤਾਂ ਡਿਕਲੇਅਰ ਕਰਨਾ ਪਏਗਾ। ਉਹ ਜਿਹੜਾ ਸਾਡੇ ਕੋਲ ਉਹ ਸਮਾਂ ਹੁੰਦਾ ਹੈ, ਉਸ ਸਮੇਂ ਦੇ ਵਿੱਚ ਦੂਜੇ ਪਾਸੇ ਮਰੀਜ਼ ਜਿਹੜਾ ਸਾਲ ਤੋਂ 1.5 ਸਾਲ ਤੋਂ 2 ਸਾਲ ਤੋਂ ਇੰਤਜ਼ਾਰ ਕਰ ਰਿਹਾ ਕਿ ਜਿਹੜਾ ਮੈਨੂੰ ਕਿਸੇ ਦਾ ਗੁਰਦਾ ਮਿਲ ਜਾਏ, ਜਾਂ ਮੈਨੂੰ ਕਿਸੇ ਦੀ ਅੱਖ ਮਿਲ ਜਾਏ, ਤੇ ਜਾਂ ਮੈਨੂੰ ਕਿਸੇ ਦਾ ਜਿਗਰ ਮਿਲ ਜਾਏ। ਸੋ ਉਹ ਜਿਹੜਾ ਉਹਨਾਂ ਦੋਨਾਂ ਦੇ ਉਸ ਸਮੇਂ ਦੇ ਵਿੱਚ ਅਸੀਂ ਉਹਨਾਂ ਦੇ ਟੈਸਟ ਕਰਕੇ, ਸਾਰੇ ਡਾਕਟਰ ਔਰ ਸਾਰੀ ਕਾਰਵਾਈ ਕਰਕੇ ਇੱਕੋ ਸਮੇਂ ਦੇ 2 ਆਪਰੇਸ਼ਨ ਸ਼ੁਰੂ ਕਰ ਦਿੱਤੇ ਜਾਂਦੇ ਹਨ। ਇੱਕ ਜਿੱਥੋਂ ਅੰਗ ਕੱਢਣਾ ਉਧਰ ਬੰਦੇ ਪਾਸੇ ਦਾ,
ਇੱਕ ਜਿਹਨੂੰ ਅੰਗ ਲੱਗਣਾ ਹੈ। ਜੀ ਦੋ ਟੀਮਾਂ ਤਿਆਰ ਹੋ ਜਾਂਦੀਆਂ, ਉਧਰੋਂ ਕੱਢ ਕੇ ਟੈਸਟ ਪਹਿਲੇ ਕੀਤੇ ਹੁੰਦੇ, ਨਾਲ ਦੀ ਨਾਲ ਜਿਹੜਾ ਹੈਗਾ ਫਿਰ ਅੱਗੇ ਲਗਾ ਦਿੱਤਾ ਜਾਂਦਾ, ਕਿਉਂਕਿ ਅੰਗ ਬਹੁਤਾ ਜਿਹੜਾ ਜਿੰਦਾ ਅੰਗ ਹੈ ਬਹੁਤਾ ਦੇਰ ਨਹੀਂ ਰੱਖੇ ਜਾ ਸਕਦੇ। ਜੀ 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 ਜੀ। ਤੇ ਡਾਕਟਰ ਸਾਹਿਬ ਇਹਦੇ ਵਿੱਚ ਜਿਹੜੇ ਸਰਕਾਰੀ ਹਸਪਤਾਲ ਹੈ ਜਾਂ ਜਿਹੜੇ ਡਾਕਟਰਸ ਹੈਗੇ ਆ, ਉਹਨਾਂ ਵਿੱਚ ਕਿੰਨਾ ਕੁ ਇਹਦੇ ਲਈ ਉਤਸ਼ਾਹ ਕਹਿ ਲਓ, ਜਾਂ ਉਹਨਾਂ ਦਾ ਇੰਟਰਸਟ ਜਾਂ ਚਾਅ, ਜਾਂ ਇਸ ਦੇ ਲਈ ਈਗਰਨੈਸ? ਇਸ ਤਰ੍ਹਾਂ ਹੈ ਕਿ ਹਿੰਦੁਸਤਾਨ 'ਚ ਇੱਕ ਹੈ ਆਰਗਨ ਰਿਟਰੀਵਲ ਬੈਂਕਿੰਗ ਆਰਗੇਨਾਈਜੇਸ਼ਨ, ਔਰਬੋ। ਜੀ ਜੀ। ਇਹ ਜਿਹੜੀ ਹੈ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਿਸ ਜਿਹੜਾ ਹੈਗਾ ਦਿੱਲੀ 'ਚ, ਉੱਥੇ ਹੈ। ਔਰ ਅੱਗੋਂ ਸਰਕਾਰ ਦੀ ਪਲਾਨ ਸੀ ਕਿ ਅਸੀਂ ਅੱਗੇ ਇਹਨਾਂ ਨੂੰ ਅੱਗੇ ਸਟੇਟ ਲੈਵਲ ਤੇ ਇਹਦੀਆਂ ਬ੍ਰਾਂਚਾਂ ਖੋਲੀਏ ਜਾਂ ਜਿਹੜੇ ਅੱਗੇ ਫਰਦਰ, ਲੇਕਿਨ ਉਹ ਉਸ ਲੈਵਲ ਤੱਕ ਅਜੇ ਆ ਨਹੀਂ ਸਕੀ ਹੈ ਕਿ ਜਿਹੜੇ ਸਾਡੇ ਸਰਕਾਰੀ ਸੰਸਥਾਵਾਂ, ਜਿਸ ਤਰ੍ਹਾਂ ਕਿ ਜਲੰਧਰ ਵੱਡਾ ਸ਼ਹਿਰ ਹੈ ਜੀ, ਇੱਥੋਂ ਦੇ ਜਿਹੜੇ ਸਰਕਾਰੀ ਹਸਪਤਾਲ ਸਾਡਾ ਹੈ ਉਹ ਉਹਦੇ ਵਿੱਚ ਇੰਨਾ ਨਹੀਂ ਹੈ ਇੰਤਜ਼ਾਮ ਕਿ ਇਹ ਚੀਜ਼ਾਂ ਕੀਤੀਆਂ ਜਾ ਸਕਣ। ਲੇਕਿਨ ਲੋੜ ਹੈ ਕਿ ਜਿਵੇਂ ਸਾਡੇ ਹੁਣ ਮੈਡੀਕਲ ਕਾਲਜ ਸਟੇਟ ਵਿੱਚ ਹੈਗੇ ਆ, ਘੱਟੋ ਘੱਟ ਉਹਨਾਂ 'ਚ ਸਾਰਾ ਕੁਝ ਜਿਹੜਾ ਹੋ ਜਾਣਾ ਚਾਹੀਦਾ ਹੈ। ਚਾਹੀਦਾ ਪਰ ਹੋਇਆ ਨਹੀਂ। ਆਪਣੇ ਕੰਮ ਨਹੀਂ, ਸਰਕਾਰ ਕੋਲ ਤਾਂ ਆਪਣੇ ਜਿਹੜੇ ਸਪੈਸ਼ਲਿਸਟ ਹੀ ਘੱਟ ਹਨ, ਸੁਪਰ ਸਪੈਸ਼ਲਿਸਟ ਤਾਂ ਗਿਣਤੀ ਦੇ ਹਨ ਸਰਕਾਰ ਦੇ ਕੋਲ। ਜੀ 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 ਜੀ। ਇਸ ਕਰਕੇ ਲੋੜ ਹੈ ਸੁਪਰ ਸਪੈਸ਼ਲਿਟੀਆਂ ਡਿਵੈਲਪ ਕਰਨ ਦੀ, ਸਾਡੇ ਜਿਹੜੇ ਮੈਡੀਕਲ ਕਾਲਜ ਉਹਨਾਂ ਨੂੰ ਡਿਵੈਲਪ ਕਰਨ ਦੀ, ਜਾਂ ਜਿਹੜੇ ਸਾਡੇ ਪ੍ਰਾਈਵੇਟ ਸੰਸਥਾਵਾਂ ਹਨ ਕੁਝ NGOs ਨਾਲ ਰਲ ਕੇ ਜੀ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣ ਦੀ ਲੋੜ ਹੈ। ਜੀ ਜੀ ਜੀ। ਔਰ ਮੈਂ ਸਮਝਦਾ ਕਿ ਜਿਹੜੇ ਹੈਗੇ ਪੰਜਾਬੀਆਂ ਦੇ ਵਿੱਚ ਬਿਮਾਰੀਆਂ ਇਹ ਗੁਰਦੇ ਵਗੈਰਾ ਦੀਆਂ ਕਾਫੀ ਜ਼ਿਆਦਾ ਹਨ, ਜਾਂ ਲਿਵਰ ਦੀਆਂ, ਔਰ ਖਾਸ ਤੌਰ ਤੇ ਸਿੱਖ ਧਰਮ ਨੂੰ ਕਿਸੇ ਤਰ੍ਹਾਂ ਦੀ ਕੋਈ ਮਨਾਹੀ ਨਹੀਂ ਹੈਗੀ ਬਿਲਕੁਲ ਬਿਲਕੁਲ ਕਿਸੇ ਅੰਗ ਦਾਨ ਬਾਰੇ। ਜੀ ਜੀ। ਸੋ ਮੈਂ ਸਮਝਦਾ ਕਿ ਇਹ ਐਸਾ ਦਾਨ ਹੈ ਕਿ ਜਿਹੜਾ ਇਹਦਾ ਕੋਈ ਮੁਕਾਬਲਾ ਹੀ ਨਹੀਂ ਕਿਸੇ ਨਾਲ, ਇਹਨੂੰ ਤੁਸੀਂ ਮਿਲਾ ਹੀ ਨਹੀਂ ਸਕਦੇ, ਕੰਪੇਅਰ ਨਹੀਂ ਕਰ ਸਕਦੇ। ਜੀ 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 ਜੀ। ਇਹ ਜਿਹੜਾ ਹੈ ਜ਼ਰੂਰ ਕਰਨਾ। ਕਈ ਥਾਵਾਂ ਤੇ ਹੈ, ਜਿਸ ਤਰ੍ਹਾਂ ਸੁਨਾਮ ਇੱਕ ਸਬ ਡਿਵੀਜ਼ਨ ਹੈ ਸੰਗਰੂਰ ਦੀ, ਉੱਥੇ ਸਾਡੇ ਮਿੱਤਰ ਰਹਿਣ ਰਲ ਕੇ ਉਹ ਅੱਖਾਂ ਦੀ ਚਲਾਉਂਦੇ ਆ ਡੋਨੇਸ਼ਨ ਡਰਾਈਵ, ਔਰ ਉਹਨਾਂ ਨੇ ਜਿਹੜਾ ਸੁਨਾਮ ਸਬ ਡਿਵੀਜ਼ਨ ਹੈ ਉਹ ਸਾਰੀ ਕਾਰਨੀਆ ਬਲਾਈਂਡਨੈਸ ਫ੍ਰੀ ਬੜੇ ਸਾਲਾਂ ਪਹਿਲਾਂ ਹੋ ਚੁੱਕੀ ਹੈ। ਉਹ ਇੰਨੀ ਅਵੇਅਰਨੈਸ ਹੈ ਉਹਨਾਂ ਦੀ, ਉਹ ਜਦੋਂ ਕਿਤੇ ਹੁੰਦੀ ਮੌਤ ਜਾ ਕੇ ਅੱਖਾਂ ਲੈਂਦੇ ਹਨ, ਅੱਗੇ ਲਗਾ ਦਿੰਦੇ ਹਨ, ਔਰ ਜਦੋਂ ਬੰਦੇ ਦਾ ਭੋਗ ਹੁੰਦਾ ਉੱਥੇ ਦੋ ਬੰਦੇ ਖੜੇ ਕਰ ਦਿੰਦੇ ਜਿਨ੍ਹਾਂ ਨੂੰ ਜ਼ਿੰਦਗੀ ਮਿਲੀ ਹੁੰਦੀ ਹੈ। ਠੀਕ ਹੈ ਠੀਕ। ਸੋ ਇੱਕ NGO ਦੇ ਤੌਰ ਤੇ ਉਹਨਾਂ ਨੇ ਕੀਤਾ, ਔਰ ਜਿਹੜੀ ਉਹ ਕੰਪਲੀਟਲੀ ਕਾਰਨੀਆ ਬਲਾਈਂਡਨੈਸ ਫ੍ਰੀ ਉਹਨਾਂ ਨੇ ਜਿਹੜੀ ਗਵਰਨਮੈਂਟ ਨੇ ਡਿਕਲੇਅਰ ਕੀਤੀ ਹੈ। ਲੋੜ ਏਦਾਂ ਦੇ ਬੰਦਿਆਂ ਨੂੰ ਹੋਰ ਇਸ ਤਰ੍ਹਾਂ ਦੇ ਅੱਗੇ ਆਉਣ ਦੀ। ਡਾਕਟਰ ਸਾਹਿਬ ਇੱਕ ਛੋਟਾ ਜਿਹਾ, ਡਾਕਟਰ ਸਾਹਿਬ ਇੱਕ ਗੁਸਤਾਖੀ ਮਾਫ, ਇੱਕ ਛੋਟਾ ਜਿਹਾ ਵਕਫਾ ਲਵਾਂਗੇ। ਤੁਸੀਂ ਕਿਰਪਾ ਕਰਕੇ ਲਾਈਨ ਦੇ ਉੱਤੇ ਰਹਿਣਾ, ਕਿਉਂਕਿ ਬਹੁਤ ਹੀ ਇੱਕ ਅਹਿਮ ਵਿਸ਼ੇ ਦੇ ਉੱਤੇ ਤੁਸੀਂ ਜਾਣਕਾਰੀ ਦੇ ਰਹੇ ਹੋ, ਔਰ ਸ਼ਾਇਦ ਇਹ ਇੱਕ ਪ੍ਰੇਰਨਾ ਸਰੋਤ ਬਣ ਸਕੇ ਦੂਸਰਿਆਂ ਲਈ ਵੀ, ਔਰ ਜਿਸ ਦਾ ਲਾਭ ਹਰ ਕਿਸੇ ਨੂੰ ਹੈ, ਪੂਰੇ ਸਮਾਜ ਨੂੰ ਹੈ, ਇਹ ਨਾ ਕਿ ਕਿਸੇ ਇੱਕ ਵਿਅਕਤੀ ਦਾ। ਕਿਰਪਾ ਕਰਕੇ ਤੁਸੀਂ ਲਾਈਨ ਤੇ ਰਹਿਣਾ। ਇੱਕ ਵਕਫਾ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਡਾਕਟਰ ਗੁਰਪ੍ਰਤਾਪ ਸਿੰਘ ਜੀ, ਜਿਹੜੇ ਸੀਨੀਅਰ ਡਾਕਟਰ ਹੁੰਦਿਆਂ ਹੋਇਆਂ ਆਰਗਨ ਡੋਨੇਸ਼ਨਸ ਦੇ ਬਾਰੇ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਰੋਲ ਹੈ, ਔਰ ਕਾਫੀ ਇਸ ਦੇ ਬਾਰੇ ਕੰਮ ਕਰ ਰਹੇ ਹਨ। ਡਾਕਟਰ ਸਾਹਿਬ ਸਾਡੇ ਨਾਲ ਲਾਈਨ ਦੇ ਉੱਤੇ ਹਨ। ਡਾਕਟਰ ਸਾਹਿਬ, ਵਕਫੇ ਦੇ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ, ਇਹ ਜੀ ਦੱਸਿਆ ਜਾ ਰਿਹਾ ਹੈ, ਜਿਵੇਂ ਸਟੈਟਿਸਟਿਕਸ ਦੱਸ ਰਹੇ ਹਨ ਕਿ ਏਸ਼ੀਅਨ ਕਮਿਊਨਿਟੀਜ਼ ਦੇ ਵਿੱਚ ਜਿਹੜੇ ਆਰਗਨ ਡੋਨੇਸ਼ਨ ਕੇਵਲ 2% 2% ਲੋਕ ਕਰਦੇ ਹਨ, ਪਰ ਆਰਗਨ ਰੈਸੀਪੀਐਂਟ ਇਹਨਾਂ ਦੀ ਗਿਣਤੀ 50% ਹੈ। ਔਰ ਫਿਰ ਇੱਕ ਹੋਰ ਬੜੀ ਹੈਰਾਨੀਜਨਕ ਖਬਰ ਜੀ ਜਿਹੜੀ ਆਈ ਲੰਡਨ ਤੋਂ, ਕਿ ਸੇਂਟ ਜੇਮਸ ਯੂਨੀਵਰਸਿਟੀ ਹਸਪੀਟਲ ਦੇ ਵਿੱਚ ਇੱਕ 5 ਹਫ਼ਤੇ ਦੀ, ਸਿਰਫ 5 ਹਫ਼ਤੇ ਦੀ ਇੱਕ ਬੱਚੀ ਸੀ ਜਿਸ ਨੂੰ ਇਨਫੈਕਸ਼ਨ ਰਾਹੀਂ ਜਿਹਦੀ ਮੌਤ ਹੋ ਗਈ, ਪਰ ਉਸ ਦੀ ਕਿਡਨੀ ਉਹਨਾਂ ਨੇ ਕੱਢ ਕੇ ਇੱਕ 22 ਸਾਲ ਦੀ ਲੜਕੀ ਦੇ ਲਗਾਈ ਹੈ, ਔਰ ਉਹ 6 ਮਹੀਨੇ ਹੋ ਗਏ ਬਿਲਕੁਲ ਠੀਕ ਕੰਮ ਕਰ ਰਹੀ ਹੈ, ਉਹਨੂੰ ਜੀਵਨ ਦਾਨ ਮਿਲ ਗਿਆ। ਔਰ ਪਰ ਇੱਥੇ ਦੋਨੋਂ ਪਰਿਵਾਰਾਂ ਦੀ ਰਜ਼ਾਮੰਦੀ ਦੇ ਨਾਲ, ਔਰ ਖਾਸ ਕਰਕੇ ਉਹਨਾਂ ਦੀ ਦਲੇਰੀ ਹੈ, ਉਹਨਾਂ ਦੀ ਹਿੰਮਤ ਹੈ, ਜਿਨ੍ਹਾਂ ਨੇ 5 ਮਹੀਨੇ ਦੀ ਉਸ ਬੱਚੀ ਦਾ ਉਹ ਕਿਡਨੀ ਜਿਹੜੇ ਸਰੀਰ ਦੇ ਵਿੱਚੋਂ ਉਹਨਾਂ ਨੇ ਡੋਨੇਟ ਕਰਨ ਦਾ ਨਿਰਣਾ ਲਿਆ। ਸੋ ਤੁਹਾਨੂੰ ਲੱਗਦਾ ਹੈ ਅਗਰ ਕੋਈ ਇਸ ਤਰ੍ਹਾਂ ਦੀ ਡੋਨੇਸ਼ਨ ਦਿੰਦਾ ਹੈ ਜਾਂ ਲੈਣ ਵਾਲੇ ਨੂੰ, ਇਹਦੇ ਵਿੱਚ ਕੋਈ ਨੈਗੇਟਿਵ ਪੁਆਇੰਟ ਤੇ ਕੋਈ ਨਜ਼ਰ ਆਉਂਦਾ ਨਹੀਂ? ਫਿਰ ਲੋਕਾਂ 'ਚ ਕਿਉਂ ਨਹੀਂ ਜਾਗਰੂਕਤਾ ਪੈਦਾ ਹੋ ਰਹੀ ਇਹਦੇ ਬਾਰੇ? ਮੈਂ ਸਮਝਦਾ ਕਿ ਇੱਕ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ, ਤੁਹਾਨੂੰ ਇਹ ਕੰਮ ਕਰਨ ਦੀ ਗੁਰਦਾ ਜਿਹਦੇ 'ਚ ਹਿੰਮਤ ਚਾਹੀਦੀ ਹੈ, ਕਿਉਂਕਿ ਜੋ ਵੀ ਤੁਸੀਂ ਇੱਕ ਆਪਣੇ ਰੂਟੀਨ ਦੇ ਰੀਤੀ ਰਿਵਾਜ ਤੋਂ ਹਟ ਕੇ ਕਰੋਗੇ
ਇੱਕ ਵਾਰ ਲੋਕਾਂ ਨੂੰ ਲੱਗਦਾ ਵੀ ਨਹੀਂ ਇਹ ਤਾਂ ਜਿਹੜਾ ਹੈਗਾ ਇਹਨੂੰ ਕੀ ਹੋ ਗਿਆ, ਚੰਗਾ ਭਲਾ ਸੀਗਾ ਜੀ। ਲੇਕਿਨ ਇੱਕ ਇਹ ਦੇਖਣ ਦੀ ਗੱਲ ਹੈ ਵੀ ਜੇ ਜਿਸ ਤਰ੍ਹਾਂ ਸਾਡੇ ਕੋਲ ਇੱਕ ਜਿਹੜੀ ਹੈ ਉਹਦੀ ਉਦਾਹਰਨ ਹੈ, ਸਾਡੇ ਟਰਸਟ ਦੇ ਵਿੱਚ ਇੱਕ ਸੱਜਣ ਆਉਂਦੇ ਹਨ ਅਮਰੀਕਾ ਤੋਂ, ਇਸ ਵੇਲੇ ਉਹਨਾਂ ਦੀ ਕੋਈ 83 ਸਾਲ ਦੇ ਕਰੀਬ ਉਮਰ ਹੈ ਜੀ। ਉਹਨਾਂ ਕੈਂਸਰ ਸਟੇਟ ਦੇ ਵਿੱਚ ਉਹ ਰਹਿਣ ਵਾਲੇ ਹਨ ਜੀ, ਔਰ ਉਹ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਉਹਦਾ ਨਾਮ ਸ਼੍ਰੀਮਤੀ ਸੁਦਰਸ਼ਨ ਸਚਦੇਵਾ ਸੀ ਜੀ, ਔਰ ਉਹਨੂੰ ਅਚਾਨਕ ਜਿਹੜਾ ਹੈਗਾ ਬ੍ਰੇਨ ਦਾ ਅਟੈਕ ਹੋ ਗਿਆ, ਔਰ ਉਹਨਾਂ ਨੇ ਜਿਹੜਾ ਹੈਗਾ ਫੈਸਲਾ ਕੀਤਾ ਪਰਿਵਾਰ ਨੇ ਕਿ ਜਿਹੜੇ ਉਹਨਾਂ ਦੇ ਅੰਗ ਜਿਹੜੇ ਦਾਨ ਕਰ ਦਿੱਤੇ ਜਾਣ, ਔਰ ਉਹਦੇ ਵਿੱਚ ਉਹਨਾਂ ਦੇ ਜਿਹੜੇ ਹੈਗੇ 2 ਬੇਟੇ ਔਰ ਉਹ ਸਾਰਾ ਜਿਹੜਾ ਪਰਿਵਾਰ ਸ਼ਾਮਲ ਸੀ ਜੀ, ਔਰ ਉਸ ਲੇਡੀ ਦੇ ਜਿਹੜੇ ਆਰਗਨ ਸੀਗੇ ਜੀ ਉਹਦੇ ਚੋਂ ਕਿਡਨੀ ਕੰਮ ਆ ਗਏ, ਲਿਵਰ ਕੰਮ ਆ ਗਿਆ, ਅੱਖਾਂ ਕੰਮ ਆ ਗਈਆਂ ਹਾਂਜੀ ਹਾਂਜੀ, ਔਰ ਉਹ ਅਮਰੀਕਾ ਦੇ ਵਿੱਚ ਹੀ ਹੋਇਆ 2005-6 ਦੇ ਕਰੀਬ ਹੋਇਆ, ਔਰ 13-14 ਫਰਵਰੀ ਦੀ ਰਾਤ ਨੂੰ ਇਹ ਸਾਰਾ ਹੋਇਆ ਸੀ। ਸੋ ਜਿੱਦੋਂ ਕਿ ਲੋਕ ਆਮ ਵੈਲੈਂਟਾਈਨ ਡੇ ਮਨਾਉਂਦੇ ਹਨ, ਉਹ ਜਿਹੜੇ ਸਰਦਾਰ ਅਵਤਾਰ ਸਿੰਘ ਜੀ ਹਨ ਸਚਦੇਵਾ ਸਾਹਿਬ, ਉਹ ਆ ਕੇ ਇੱਥੇ ਕਪੂਰਥਲਾ ਜ਼ਿਲ੍ਹੇ ਵਿੱਚ ਇੱਕ ਰਿਮੋਟ ਏਰੀਆ 'ਚ ਉਹਨਾਂ ਦੀ ਯਾਦ ਵਿੱਚ ਕੈਂਪ ਵੀ ਲਗਾਉਂਦੇ ਹਨ, ਔਰ ਮੈਂ ਉਹ ਚਿੱਠੀਆਂ ਖੁਦ ਜਿਹੜੀ ਜਿਨ੍ਹਾਂ ਨੂੰ ਉਹਨਾਂ ਦੇ ਧਰਮ ਪਤਨੀ ਦੇ ਅੰਗ ਲੱਗੇ ਜੀ, ਉਹਨਾਂ ਦੀਆਂ ਥੈਂਕਸ ਦੀਆਂ ਚਿੱਠੀਆਂ ਪੜ੍ਹੀਆਂ ਹਨ ਹਾਂਜੀ। ਔਰ ਇੱਕ ਜਿਹਨੂੰ ਕਿ ਲਿਵਰ ਲੱਗਿਆ, ਇੱਕ ਔਰਤ ਨੂੰ ਅੰਗਰੇਜ਼ ਉਹਦੇ ਲਹਿਜੇ ਤੋਂ ਜਾਪਦੀ ਸੀ ਅਮਰੀਕਨ, ਉਹਨੇ ਲਿਖਿਆ ਕਿ ਮੈਂ ਇੰਨਾ ਧਿਆਨ ਰੱਖਦੀ ਹਾਂ ਲਿਵਰ ਦੇ ਕਿ ਮੈਂ ਮਾਊਥ ਵਾਸ਼ ਵੀ ਯੂਜ਼ ਨਹੀਂ ਕਰਦੀ ਜਿਹਦੇ ਵਿੱਚ ਕੀ ਅਲਕੋਹਲ ਹੁੰਦੀ ਹੈ, ਕਿਉਂਕਿ ਅਲਕੋਹਲ ਦੇ ਕਾਰਨ ਉਹਦੇ ਜਿਹੜੇ ਹੈਗੇ ਜਿਹੜਾ ਲਿਵਰ ਉਹਦਾ ਖਰਾਬ ਹੋਇਆ ਸੀ ਜੀ। ਉਹ ਜਿਹੜੀ ਇੱਕ ਨੂੰ ਕਿਡਨੀਜ਼ ਲੱਗੇ ਉਹਨਾਂ ਦੇ, ਉਹ ਔਰਤ ਜਿਹੜੀ ਕਿ ਵੱਡੀ ਉਮਰ ਦੇ ਵਿੱਚ ਜਿਹੜੀ ਅਚਾਨਕ ਏਦਾਂ ਹੋ ਗਿਆ, ਉਹ ਜਾਂਦੇ ਜਾਂਦੇ 3 ਬੰਦਿਆਂ ਨੂੰ ਜ਼ਿੰਦਗੀਆਂ ਦੇ ਗਈ ਬਿਲਕੁਲ, ਔਰ 2 ਬੰਦਿਆਂ ਨੂੰ ਅੱਖਾਂ ਦੇ ਗਈ। ਸੋ ਇਹ ਜਿਹੜੀ ਚੀਜ਼ ਹੈ ਇਹਦਾ ਕੋਈ ਪੈਰਲਲ ਨਹੀਂ ਹੈ, ਕੋਈ ਮੁਕਾਬਲਾ ਨਹੀਂ, ਔਰ ਮੈਂ ਸਮਝਦਾ ਕਿ ਸਾਨੂੰ ਪੰਜਾਬੀਆਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ, ਕਿਉਂਕਿ ਲੋੜ ਸਾਨੂੰ ਸਭ ਤੋਂ ਜ਼ਿਆਦਾ ਔਰ ਦੇਸ਼ ਸਭ ਤੋਂ ਘੱਟ ਰਹੇ ਆ ਠੀਕ ਹੈ। ਔਰ ਇਹਦੇ ਕੋਈ ਜਾਤ ਦਾ, ਕੋਈ ਧਰਮ ਦਾ, ਕੋਈ ਉਮਰ ਦਾ, ਸਿਰਫ ਇਹ ਹੈ ਕਿ ਜਿਹੜਾ ਦੇਣ ਵਾਲਾ ਉਹਨੂੰ ਸ਼ੂਗਰ ਨਾ ਹੋਵੇ, ਉਹਨੂੰ ਕੈਂਸਰ ਨਾ ਹੋਵੇ, ਉਹਨੂੰ ਬਲੱਡ ਪ੍ਰੈਸ਼ਰ ਜਾਂ ਕੋਈ ਏਦਾਂ ਦੀ ਉਹਨੂੰ ਬਿਮਾਰੀ ਨਾ ਹੋਵੇ ਜੀ ਜੀ ਜੀ। ਮੈਂ ਸਮਝਦਾ ਕਿ ਪੰਜਾਬੀਆਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ। ਠੀਕ ਹੈ ਠੀਕ ਹੈ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਸੋ ਤੁਸੀਂ ਕਹਿਣਾ ਚਾਹੁੰਦੇ ਹੋ ਪੰਜਾਬੀਆਂ ਦਾ ਹਾਰਟ ਤਾਂ ਹੈ ਪਰ ਦਿਲ ਨਹੀਂ ਹੈਗਾ ਅਜੇ ਇਸ ਪਾਸੇ, ਸੋ ਇਹ ਦਿਲ ਅਜੇ ਪੰਜਾਬੀ ਇੱਧਰ ਲੱਗੇ ਨਹੀਂ, ਜੇ ਲੱਗ ਜਾਣ ਤੇ ਦੁਨੀਆ ਨੂੰ ਪਿੱਛੇ ਛੱਡ ਦੇਣਗੇ। ਠੀਕ ਠੀਕ ਹੈ ਠੀਕ, ਅਜੇ ਲੱਗੇ ਨਹੀਂ ਪੰਜਾਬੀ, ਜੇ ਲੱਗ ਜਾਣ ਤੇ ਕੋਈ ਐਸੀ ਗੱਲ ਨਹੀਂ, ਜਿੱਧਰ ਪੰਜਾਬੀ ਜਾਣਗੇ ਸਭ ਤੋਂ ਅੱਗੇ ਨਿਕਲਣਗੇ। ਠੀਕ ਹੈ। ਸੋ ਅਖੀਰ ਵਿੱਚ ਡਾਕਟਰ ਸਾਹਿਬ ਕੋਈ ਸੁਨੇਹਾ ਜਿਹੜੇ ਸਾਡੇ ਦਰਸ਼ਕਾਂ ਨੂੰ, ਅਮਰੀਕਾ ਔਰ ਕੈਨੇਡਾ ਬੈਠੇ ਦਰਸ਼ਕਾਂ ਨੂੰ, ਕੋਈ ਤੁਸੀਂ ਪੰਜਾਬ 'ਚ ਬੈਠੇ ਹੋ, ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਕੀ ਕਰ ਸਕਦੇ ਹੈ, ਕੀ ਕਰਨਾ ਚਾਹੀਦਾ ਹੈ, ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ, ਇੱਧਰ ਨਾਲੋਂ ਜਿਹੜੇ ਅੰਗ ਦਾਨ ਦੇ ਵਿੱਚ ਬਾਹਰ ਦੇ ਕਾਨੂੰਨ ਥੋੜੇ ਜਿਹੇ ਜਿਹੜੇ ਹੈਗੇ ਉਹ ਉਧਰ ਕੰਮ ਕਰਨਾ ਸੌਖਾ ਹੈਗਾ। ਸੋ ਮੈਂ ਸਮਝਦਾ ਕਿ ਜਿਹੜੇ ਬਾਹਰ ਵਾਲੇ ਹੈ ਸਾਡੇ ਪੰਜਾਬੀ ਭਰਾ ਜਾਂ ਭੈਣਾਂ, ਉਹ ਇਸ ਕੰਮ ਸਗੋਂ ਜ਼ਿਆਦਾ ਅੱਗੇ ਆ ਸਕਦੇ। ਉੱਥੇ ਸਹੂਲਤਾਂ ਜ਼ਿਆਦਾ ਹੈ, ਕੇਂਦਰ ਜ਼ਿਆਦਾ ਹਨ ਇੱਦਾਂ ਦੇ, ਔਰ ਅਵੇਅਰਨੈਸ ਵੀ ਜ਼ਿਆਦਾ ਹੈ। ਲੋੜ ਹੈ ਸਿਰਫ ਉਹਨੂੰ ਜਿਹੜਾ ਹੈ ਥਿਊਰੀ ਨੂੰ ਪ੍ਰੈਕਟੀਕਲ ਸ਼ੇਪ ਕਰਨ ਦੀ। ਠੀਕ ਠੀਕ, ਜੋ ਕਰਨ ਤਾਂ ਮੈਂ ਸਮਝਦਾ ਕਿ ਉਹ ਸਮਾਂ ਆ ਜਾਏਗਾ ਕਿ ਲੋਕੀ ਇੱਥੋਂ ਬਾਹਰੋਂ ਜਾ ਕੇ ਤੇ ਉਹ ਜਿਹੜਾ ਹੈਗਾ ਗੁਰਦੇ ਲਵਾ ਕੇ ਆ ਜਾਇਆ ਕਰਨਗੇ। ਠੀਕ ਠੀਕ, ਉਹ ਸਮਾਂ ਆਏਗਾ ਠੀਕ ਜੇ ਸ਼ੁਰੂ ਕਰੀਏ ਤੇ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਔਰ ਇੱਕ ਬਹੁਤ ਹੀ ਗੰਭੀਰ ਵਿਸ਼ੇ ਦੇ ਉੱਤੇ ਬਹੁਤ ਸਿੱਧੇ ਲਫ਼ਜ਼ਾਂ ਦੇ ਵਿੱਚ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪਿਆਰੇ ਦਰਸ਼ਕੋ, ਇਹ ਸਨ ਡਾਕਟਰ ਗੁਰਪ੍ਰਤਾਪ ਸਿੰਘ ਜੀ, ਜਿਨ੍ਹਾਂ ਨੇ ਅੰਗਦਾਨ ਉਸ ਦੇ ਬਾਰੇ ਸਾਰੇ ਵਿਸਥਾਰ ਸਹਿਤ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕਿਸੇ ਵੀ ਉਮਰ ਵਿੱਚ, ਕਿਸੇ ਵੀ ਜੈਂਡਰ, ਉਹਦੇ 'ਚ ਇਹ ਵੀ ਨਹੀਂ ਹੈਗਾ ਕਿ ਔਰਤ ਦਾ ਜਾਂ ਮਰਦ ਦਾ ਜਾਂ ਉਮਰ ਦਾ ਵੀ ਤਕਾਜ਼ਾ ਨਹੀਂ ਹੈ, ਔਰ ਕਿਸੇ ਦੇ ਵੀ ਉਹ ਅੰਗ ਜਦੋਂ ਉਸ ਦੀ ਮੌਤ ਹੋ ਜਾਏ ਉਸ ਤੋਂ ਬਾਅਦ ਉਹ ਟਰਾਂਸਪਲਾਂਟ ਕੀਤੇ ਜਾ ਸਕਦੇ ਹਨ, ਦਿੱਤੇ ਜਾ ਸਕਦੇ ਹਨ, ਔਰ ਦੂਸਰੇ ਵਿਅਕਤੀ ਨੂੰ ਇੱਕ ਨਵੀਂ ਰੂਹ, ਇੱਕ ਨਵੀਂ ਜ਼ਿੰਦਗੀ ਪ੍ਰਾਪਤ ਹੋ ਸਕਦੀ ਹੈ। ਇਸ ਦੇ ਲਈ ਉਪਰਾਲੇ ਕਰਨ ਦੀ ਜਾਂ ਹੋਰ ਜਾਗਰੂਕਤਾ ਪੈਦਾ ਕਰਨ ਦੀ ਇਹ ਸਹੀ ਹੈ ਕਿ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਅਜੇ ਪੂਰੀਆਂ ਫੈਸਿਲਿਟੀਜ਼ ਨਹੀਂ ਹਨ ਕਿ ਜੇ ਕੋਈ ਦੇਣਾ ਵੀ ਚਾਹੇ ਪਰ ਉਹ ਗੱਲ ਪੂਰੀ ਨਹੀਂ ਹੋ ਸਕਦੀ। ਪਰ ਫਿਰ ਵੀ ਇਸ ਦੇ ਲਈ ਅਗਰ ਕੋਈ ਗੱਲ ਤੁਰਦੀ ਹੈ ਤਾਂ ਇਹ ਮਾਨਵਤਾ ਦੀ ਔਰ ਇਨਸਾਨੀਅਤ ਦੀ ਬਹੁਤ ਵੱਡੀ ਸੇਵਾ ਹੋਏਗੀ। ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਸਾਨੂੰ ਸਟੂਡੀਓ ਦੇ ਨੰਬਰਾਂ ਦੇ ਉੱਤੇ ਕਾਲ ਕਰਕੇ, ਔਰ ਇੱਕ ਵਕਫੇ ਦਾ ਸਮਾਂ ਹੈ, ਉਸ ਤੋਂ ਬਾਅਦ ਮੁੜ ਹਾਜ਼ਰ ਹੁੰਦੇ ਹਾਂ ਔਰ ਤੁਹਾਡੀਆਂ ਕਾਲਸ ਲਵਾਂਗੇ।
ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਅੰਗਦਾਨ ਆਰਗਨ ਡੋਨੇਸ਼ਨਸ ਦੇ ਬਾਰੇ। ਡਾਕਟਰ ਜੀ.ਪੀ. ਸਿੰਘ ਜਿਹੜੇ ਜਲੰਧਰ ਤੋਂ ਸਾਡੇ ਨਾਲ ਲਾਈਨ ਦੇ ਉੱਤੇ ਸਨ ਔਰ ਜਿਨ੍ਹਾਂ ਨੇ ਕਾਫੀ ਕੰਮ ਕੀਤਾ ਹੈ ਇਸ ਵਿਸ਼ੇ ਦੇ ਉੱਤੇ, ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ, ਵੱਖ-ਵੱਖ ਸੈਮੀਨਾਰਸ ਵਿੱਚ ਔਰ ਕਈ ਸੰਸਥਾਵਾਂ ਨਾਲ ਉਹ ਜੁੜੇ ਹੋਣ ਕਰਕੇ ਔਰ ਲੋਕਾਂ ਨੂੰ ਪ੍ਰੇਰਨਾ ਵੀ ਦਿੰਦੇ ਹਨ। ਉਹਨਾਂ ਨੇ ਇਸ ਬਾਰੇ ਕਾਫੀ ਕੰਮ ਕੀਤਾ ਤੇ ਦਰਅਸਲ ਇਹ ਜੋ ਸਰੀਰ ਹੈ ਮਿੱਟੀ ਤੋਂ ਬਣਿਆ ਔਰ ਆਖਰ ਦੇ ਵਿੱਚ ਮਿੱਟੀ ਦੇ ਵਿੱਚ ਹੀ ਰਲਣਾ ਹੈ, ਪਰ ਫਿਰ ਵੀ ਅਗਰ ਇਸ ਨੂੰ ਕਿਧਰੇ ਲੇਖੇ ਲੱਗ ਸਕੇ ਤਾਂ ਇਹ ਬਹੁਤ ਵੱਡੀ ਚੀਜ਼ ਹੈ ਜਿਹੜੀ ਕਿ ਉਹ ਉਪਰਾਲਾ ਉਹਨਾਂ ਨੇ ਕੀਤਾ ਹੈ। ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ, ਤੁਸੀਂ ਇਸ ਦੇ ਬਾਰੇ ਕੀ ਸਮਝਦੇ ਹੋ ਕਿ ਅੰਗਦਾਨ ਇਸ ਦੇ ਵਿੱਚ ਕਿਹੜੀ ਦਿੱਕਤ ਹੈ ਜਿਹੜੀ ਲੋਕਾਂ ਨੂੰ ਇਸ ਤੋਂ ਹਟਕਦੀ ਹੈ, ਇਸ ਤੋਂ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਕਿਉਂਕਿ ਇਹ ਇੱਕ ਬੁਨਿਆਦੀ ਇੱਕ ਸਵਾਲ ਹੈ ਜਿਹੜਾ ਹਰ ਕਿਸੇ ਦੇ ਨਾਲ ਹਰ ਵੇਲੇ ਇਹ ਕਦੀ ਵੀ ਤਲਕ ਰੱਖਦਾ ਹੈ। ਕਿਸੇ ਇੱਕ ਪਾਰਟੀ ਦਾ, ਧੜੇ ਦਾ ਨਹੀਂ, ਬਲਕਿ ਇਨਸਾਨੀਅਤ ਦਾ ਸਵਾਲ ਹੈ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਜੀ? ਹਾਂਜੀ, ਮੇਰਾ ਨਾਮ ਹਰਵਿੰਦਰ ਆ ਜੀ। ਕਿੱਥੋਂ ਬੋਲ ਰਹੇ ਭੈਣ ਜੀ? ਅਸੀਂ ਕੈਲੀਫੋਰਨੀਆ ਤੋਂ। ਜੀ ਜੀ। ਹਾਂਜੀ, ਸਾਡੇ ਇੱਥੇ ਕੈਲੀਫੋਰਨੀਆ 'ਚ ਤਾਂ ਹੈਗਾ ਕਿ ਤੁਸੀਂ ਆਪਣੇ ਜਿਹੜਾ ਡਰਾਈਵਿੰਗ ਲਾਇਸੈਂਸ ਆ ਉੱਤੇ ਸਟਿੱਕਰ ਲਵਾ ਦਿੰਦੇ ਹੋ ਤੇ ਜੇ ਕੋਈ ਲੋੜ ਹੋਵੇ ਤਾਂ ਉਹ ਤੁਹਾਡਾ ਕਰ ਸਕਦੇ ਆ। ਜੀ ਜੀ। ਇਹਦੇ ਸਿਰਫ ਇਹੀ ਐਕਸਪਲੇਨ ਕਰਨਾ ਪੈਂਦਾ ਸਾਨੂੰ ਬੱਚਿਆਂ ਨੂੰ ਵੀ। ਜੀ। ਜਿੱਦਾਂ ਮੈਂ ਆਪਣੇ ਬੱਚਿਆਂ ਨੂੰ ਐਕਸਪਲੇਨ ਕੀਤਾ ਸੀ ਵੀ ਜਦੋਂ ਮੇਰੀ ਡੈਥ ਹੋ ਗਈ ਤਾਂ ਤੁਸੀਂ ਕੀ ਕਰੋਗੇ, ਤਾਂ ਮੈਨੂੰ ਬਰਨ ਕਰੋਗੇ, ਉਹਦਾ ਕੀ ਰਹਿ ਗਿਆ, ਐਸ਼ਸ ਰਹਿ ਗਈਆਂ। ਪਰ ਜੇ ਮੇਰੇ ਤੁਸੀਂ ਅੰਗ 4 ਬੰਦਿਆਂ ਨੂੰ ਦੇ ਦਿੱਤੇ, ਉਹ 10 ਸਾਲ ਜਿਉਂਗੇ, ਤਾਂ ਇਹਦਾ ਮਤਲਬ ਤੁਹਾਡੀ ਮਦਰ 40 ਸਾਲ ਹੋ ਜਾਏਗੀ। ਬਿਲਕੁਲ 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 ਬਿਲਕੁਲ। ਇਹ ਬਹੁਤ ਵੱਡੀ ਇਹ ਚੀਜ਼ ਹੈ ਔਰ ਜੇਕਰ ਇਹ ਭਾਵਨਾ ਜਿਹੜੀ ਤੁਹਾਡੇ ਅੰਦਰ ਅਗਰ ਪਨਪੀ ਹੈ, ਪਰ ਇਸ ਨੂੰ ਅੱਗੇ ਵੀ ਤੋਰਨ, ਜਿਵੇਂ ਤੁਸੀਂ ਕੈਲੀਫੋਰਨੀਆ ਦਾ ਕੀਤਾ, ਇੱਥੇ ਨਿਊ ਜਰਸੀ ਦੇ ਵਿੱਚ ਵੀ, ਇੱਥੇ ਵੀ ਕਾਨੂੰਨ ਹੈ, ਉਹ ਡਰਾਈਵਿੰਗ ਲਾਇਸੈਂਸ ਦੇ ਵਿੱਚ ਪੰਚ ਕਰ ਦਿੰਦੇ ਹਨ ਕਿ ਆਰਗਨ ਡੋਨਰ ਹੈਗਾ। ਪਰ ਦਿੱਕਤ ਉਹੀ ਜਿਵੇਂ ਦੱਸ ਰਹੇ ਸੀ ਡਾਕਟਰ ਸਾਹਿਬ ਕਿ ਹਿੰਦੁਸਤਾਨ ਦੇ ਵਿੱਚ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਅਜੇ ਲੋਕਾਂ ਦੇ ਵਿੱਚ ਬਹੁਤੀ ਇਸ ਦੇ ਲਈ ਕੋਈ ਜਾਗਰੂਕਤਾ ਨਹੀਂ ਹੈ। ਪਰ ਜਿਹੜੇ ਵੀ ਹਰ ਕਿਸੇ ਦਾ ਫਰਜ਼ ਹੈ ਕਿ ਇਸ ਦੇ ਬਾਰੇ ਜੇ ਪ੍ਰੇਰਨਾ ਦੇ ਸਕੇ ਇੱਕ ਦੂਜੇ ਨੂੰ, ਤਾਂ ਇਹ ਬਹੁਤ ਵੱਡੀ ਗੱਲ ਹੋਏਗੀ ਹਰ ਇੱਕ ਦੇ। ਜੀ ਜੀ ਜੀ। ਕਿਉਂਕਿ ਸਾਡੇ ਸਿੱਖ ਧਰਮ 'ਚ ਤਾਂ ਅਸੀਂ ਬਰਨ ਕਰਦੇ ਹਾਂ ਬਾਡੀ, ਉਹਦੀ ਐਸ਼ਸ ਹੀ ਰਹਿ ਜਾਂਦੀ, ਉਹ ਕਿਸੇ ਕੰਮ ਤੋਂ ਆਉਂਦੀਆਂ ਨਹੀਂ। ਹਾਂਜੀ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਚਲੋ, ਬਹੁਤ ਅੱਛੀ ਤੁਹਾਡੀ ਰਾਏ ਹੈ, ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਲਾਂਬਾ ਸਾਹਿਬ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਹੈ ਤੁਹਾਡਾ? ਹਾਂਜੀ, ਲਾਂਬਾ ਸਾਹਿਬ ਮੈਂ ਰਤਨ ਬੋਲ ਰਿਹਾ ਜੀ। ਹਾਂਜੀ ਹਾਂਜੀ ਸਰ, ਰਤਨ ਸਿੰਘ ਜੀ। ਜੀ ਲਾਂਬਾ ਸਾਹਿਬ ਜੀ, ਕਈ ਸੈਕਟ ਐਸੇ ਹੈਗੇ, ਕੰਮ ਹੈਗੀਆਂ ਜਿਹੜੀ ਮੁਰਦੇ ਨੂੰ ਦਰਖਤਾਂ ਦੇ ਟੰਗ ਦਿੰਦੀਆਂ, ਕੋਈ ਪੰਛੀ ਖਾ ਜਾਏਗਾ, ਕੋਈ ਪਾਣੀ ਵਿੱਚ ਰੋੜ ਦਿੰਦੀਆਂ, ਕੋਈ ਦੱਬ ਦਿੰਦੀਆਂ, ਕੋਈ ਸਾੜ ਦਿੰਦੀਆਂ। ਹਾਂਜੀ। ਦੱਬਣ ਵਾਲੇ ਬਹੁਤੇ ਲੋਕ ਜਿਹੜੇ ਹੈਗੇ ਉਹਨਾਂ ਦਾ ਇਹ ਖਿਆਲ ਆ ਕਿ ਪਰਲੋ ਤੋਂ, ਡੂਮਸਡੇ ਤੋਂ ਬਾਅਦਾਂ ਇਹ ਦੱਬੇ ਮੁਰਦੇ ਆ, ਇਹ ਕਬਰਾਂ ਵਿੱਚੋਂ ਉੱਠਣਗੇ। ਜੀ ਜੀ। ਸਾਡੇ ਆਪਣੀ ਹੱਡਬੀਤੀ ਹੈਗੀ ਆ ਕਿ ਹਿੰਦੂ ਮੈਥੋਲੋਜੀ ਦੇ ਮੁਤਾਬਕ ਇਹ ਸਮਝਿਆ ਜਾਂਦਾ ਕਿ ਬੰਦਾ ਜਦੋਂ ਮਰ ਜਾਂਦਾ, ਜੇ ਉਹਦੇ ਵਿੱਚੋਂ ਔਰਗਨ ਕੱਢ ਲੈਣ ਤਾਂ ਉਹਦੀ ਮੁਕਤੀ ਨਹੀਂ ਹੋ ਸਕਦੀ, ਉਹਦੀ ਮੁਕਤੀ ਨਹੀਂ ਹੁੰਦੀ। ਜੀ ਜੀ। ਇਹ ਬੰਦਾ ਸਾਰਾ ਸਰੀਰ ਹੀ ਜਾਵੇ ਤਾਂ ਉਹ ਦੂਜੇ ਜਾਮੇ ਵਿੱਚ ਪੂਰਾ ਹੀ ਉਹ ਫਿਰ ਜਨਮ ਲਊਗਾ। ਇਹ ਜਿਹੜੀ ਸੋਚ ਹੈਗੀ ਆ, ਇਹ ਵੀ ਇੱਕ ਅਟਕਾ ਹੈਗੀ ਇਸ ਡੋਨੇਸ਼ਨ ਦੇ ਵਿੱਚ। ਵਰਨਾ ਤੇ ਡਿਡ ਬੋਡੀ ਹੈਗੀ ਆ, ਉਹ ਤਾਂ ਆਤਮਾ ਦੀ ਗੱਲ ਹੈਗੀ, ਜਦੋਂ ਹੰਸ ਉੱਡ ਜਾਂਦਾ ਹੈਗਾ। ਤੇ ਇਹ ਦੇਣਾ ਕੋਈ ਮਾੜੀ ਗੱਲ ਨਹੀਂ ਹੈਗੀ, ਇਹਦੇ ਵਿੱਚ ਜਾਗਰੂਕਤਾ ਜਿਹੜੀ ਹੈਗੀ ਆ ਹੋਣੀ ਚਾਹੀਦੀ ਹੈਗੀ ਆ। ਬਾਕੀ ਗੱਲ ਗੁਰੂਵਾਦ ਦੀ ਤੁਸੀਂ ਕੀਤੀ ਹੈ ਕਿ ਗੁਰੂਆਂ ਦੀ, ਮੈਂ ਇੱਕੋ ਗੱਲ ਦੇ ਵਿੱਚ ਹੀ ਮੁਕਾ ਦਿੰਦਾ ਕਿ ਗੁਰੂ ਜਿਹੜਾ ਹੈਗਾ, ਇਸ ਦਾ ਤਜਰਬਾ ਸਿੱਖ ਕੌਮ ਦੇ ਵਿੱਚ 239 ਸਾਲ ਲੱਗੇ ਇਸ ਦਾ ਸਿੱਟਾ
ਕੱਢਣ ਵਾਸਤੇ ਸਿੱਧਾ ਇਹ ਨਿਕਲਿਆ ਕਿ ਸ਼ਬਦ ਗੁਰੂ ਹੀ ਹੋ ਸਕਦਾ। ਗੁਰੂ ਉਹ ਹੋ ਸਕਦਾ ਹੈਗਾ ਹੀ ਹੂ ਕੈਨ ਟੀਚ ਬਾਈ ਹਿਜ਼ ਓਨ ਐਗਜ਼ਾਮਪਲ। ਜੋ ਉਹ ਦੱਸਦਾ ਹੈਗਾ ਉਹ ਹੀ ਹੋਵੇ, ਉਹਦੇ ਵਿੱਚ ਉਹ ਕਾਮੀ ਦਾਮੀ ਨਾ ਹੋਵੇ ਤੇ ਇਦਾਂ ਦਾ। ਉਹ ਤਾਂ ਸ਼ਬਦ ਗੁਰੂ ਹੀ ਹੋ ਸਕਦਾ ਹੈਗਾ। ਬਹੁਤ ਕੁਝ ਕਿਹਾ ਜਾ ਸਕਦਾ ਹੈਗਾ, ਪਰ ਮੇਨ ਚੀਜ਼ ਇਹੀ ਹੈਗੀ ਹੈ, ਸ਼ਬਦ ਹੀ ਗੁਰੂ ਹੋ ਸਕਦਾ ਹੈਗਾ, ਉਪਦੇਸ਼ ਹੀ ਗੁਰੂ ਹੋ ਸਕਦਾ ਹੈਗਾ। ਤੇ ਬਾਕੀ ਜਿਹੜੇ ਤੇ ਕੌਂਸਲੇ ਹੈਗੇ ਆ ਦੂਸਰੇ ਜਿਹੜੇ ਬਣੇ ਫਿਰਦੇ ਇਸ ਦੇ ਬਾਰੇ ਅਸੀਂ ਜ਼ਰੂਰ ਵਿਸਥਾਰ ਨਾਲ ਉਮੀਦ ਹੈ ਛੇਤੀ ਇੱਕ ਪ੍ਰੋਗਰਾਮ ਲੈ ਕੇ ਆਵਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ, ਥੈਂਕ ਯੂ। ਹੈਲੋ, ਹਾਂਜੀ, ਵਾਹਿਗੁਰੂ ਜੀ ਕੀ ਫਤਿਹ। ਪਿਆਰਾ ਸਿੰਘ ਬੋਲ ਰਿਹਾ ਜੀ। ਜੀ ਜੀ ਸਾਹਿਬ, ਪਿਆਰਾ ਸਿੰਘ ਜੀ, ਜੀ ਆਇਆਂ ਨੂੰ, ਹੁਕਮ ਕਰੋ। ਧੰਨਵਾਦ ਜੀ। ਉਹ ਇੱਕ ਆਪ ਜੀ ਮੁੱਦਾ ਲੈ ਕੇ ਆਏ ਸੀ ਕੋਈ ਗੁਰੂ ਡੰਮ ਦਾ। ਜੀ ਜੀ ਜੀ। ਉਸ ਤੇ ਮੈਂ ਆਪਣਾ ਵਿਚਾਰ ਦੇਣਾ ਚਾਹੁੰਦਾ ਜੀ ਕਿ ਪੰਜਾਬੀ 'ਚ ਇੱਕ ਕਹਾਵਤ ਜੀ ਬਣੀ ਹੋਈ ਹੈ, ਪਹਿਲਾਂ ਸੇਵਾ ਫਿਰ ਮੇਵਾ। ਜੀ। ਤੇ ਅਸੀਂ ਵੀ ਉਸ ਨੂੰ ਸਮਝ ਲਈਏ, ਪੰਥਕ ਰਵਾਇਤ ਹੈ ਗੁਰੂ ਬਾਬੇ ਤੋਂ ਚੱਲੀ ਹੋਈ ਕਿ ਪਹਿਲਾਂ ਸੇਵਕ ਬਣੇ ਫਿਰ ਗੁਰੂ ਬਣੇ। ਜੀ ਜੀ। ਤੇ ਇਹ ਬੇਨਤੀ ਹੈ ਵੀ ਜਿਹੜਾ ਗੁਰੂ ਡੰਮ ਦੇ ਵਿੱਚ ਵਿਸ਼ਵਾਸ ਰੱਖਦਾ, ਗੁਰੂ ਬਣਨਾ ਚਾਹੁੰਦਾ ਅੱਜ ਦੇ ਸਮੇਂ ਤੇ ਵੀ, ਤੇ ਉਹ ਵਿਸ਼ੇਸ਼ ਵਿਅਕਤੀ ਜੋ ਹੈ ਉਹਦੇ ਵਾਸਤੇ ਸੇਵਾ ਜਿਹੜੀ ਮੈਨੂੰ ਚੰਗੀ ਲੱਗੀ ਹੈ ਕਿ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਦੁਆਲੇ 4 ਗੇਟ ਪੰਜਾਬ ਗੌਰਮੈਂਟ ਬਣਾ ਰਹੀ ਹੈ ਜੀ। ਉਹ ਸੁਨਹਿਰੀ ਗੇਟ ਜਦੋਂ ਬਣਾਣੇ ਹੈ ਤੇ ਉਹ ਬੰਦਾ ਟੋਕਰੀ, ਕੱਸੀ, ਖੁਰਪਾ ਲੈ ਲਵੇ, ਸੀਮੈਂਟ ਪੁੱਛ ਲੈ ਕਿੱਥੋਂ ਮਿਲੇਗਾ, ਇੱਟਾਂ ਜਿਹੜਾ ਕਿੱਥੋਂ ਮਿਲਣਗੀਆਂ, ਉਹ ਕੱਲਾ ਸਾਰੇ ਗੇਟ ਜੋ ਹੈ ਉਸਨੂੰ ਬਣਾਵੇ। ਜਦੋਂ ਕੰਪਲੀਟ ਹੋ ਜਾਂਦੇ ਆ ਤੇ ਉਸ ਦੀ ਸੇਵਾ ਨੂੰ ਪ੍ਰਵਾਨ ਕਰਨਾ ਪੰਥ ਦੇ ਹੱਥ ਵਿੱਚ ਹੈ ਤੇ ਅੱਗੋਂ ਉਹ ਜੇ ਯੋਗ ਹੈ ਤੇ ਗਾਂ ਸੇਵਾ ਉਸਨੂੰ ਦੇ ਦਿੱਤੀ ਜਾਵੇ ਜਿਹੜੀ ਗੁਰੂ ਬਣਨ ਵਾਸਤੇ ਉਸਨੂੰ ਉਹ ਜਿਹੜੀ ਹੈ ਕੁਆਲੀਫਾਈ ਕਰ ਰਹੇ। ਜੀ ਜੀ ਜੀ। ਤੋ ਐਸੇ ਸੇਵਕ ਜਿਹੜੇ ਆ ਉਹਨਾਂ ਨੂੰ ਪਹਿਲਾਂ ਸੇਵਾ ਦੇ ਉੱਤੇ ਲਾ ਕੇ ਪਰਖ ਕੀਤੀ ਜਾਵੇ, ਫਿਰ ਉਹਦੇ ਬਾਅਦ ਸੋਚਿਆ ਜਾਵੇ ਇਹ ਜੇ ਉਹਨੂੰ ਪ੍ਰਵਾਨ ਹੈ ਤੇ ਅੱਗੇ ਆ ਜਾਵੇ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਪਰ ਸਿੱਖ ਅਖੀਰ ਤੱਕ ਸਿੱਖ ਹੀ ਰਹੇਗਾ। ਸਟੂਡੈਂਟ, ਵਿਦਿਆਰਥੀ ਭਾਵੇਂ ਜਿਤਨਾ ਮਰਜ਼ੀ ਅੱਗੇ ਵੱਧ ਜਾਏ, ਵਿਦਿਆਰਥੀ ਹੀ ਕਵਾ ਸਕਦਾ ਹੈ, ਮਾਸਟਰ ਨਹੀਂ ਬਣ ਸਕਦਾ, ਟੀਚਰ ਨਹੀਂ ਬਣੇਗਾ। ਜਿੰਨੀ ਦੇਰ ਸਕੂਲ ਦੇ ਵਿੱਚ ਹੈ ਉਹ ਵਿਦਿਆਰਥੀ ਹੀ ਰਹੇਗਾ। ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ? ਤੁਸੀਂ ਆਪਣੇ ਵਿਚਾਰ ਜ਼ਰੂਰ ਲਿਖ ਕੇ ਭੇਜੋ। ਈਮੇਲ ਐਡਰੈਸ ਹੈ lamba@getpunjabi.tv। ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।